ਬੱਚਿਆਂ ਨੂੰ ਜਿਹੜੇ 2-4 ਬੱਚੇ ਹੋਣਗੇ ਰੋਟੀ ਦਊਗਾ, ਕੋਈ ਦੀਆਂ ਮਕਾਨਾਂ ਬਹਿ ਕੇ ਦਊਗਾ ਮੋਦੀ ਦੀਆਂ। ਮੇਰੀ ਲੱਤ ਮੇਰੀ ਟੁੱਟੀ ਪਈ, ਦਵਾਈ ਤੋਂ ਮੈਂ ਔਖੀ ਹੋਈ ਪਈ ਆ, ਕੋਈ ਦਵਾਈ ਨਹੀਂ, ਬੱਚੇ ਗਰੀਬ ਹੈਗੇ ਉਹ ਮੇਰਾ ਇਲਾਜ ਨਹੀਂ ਕਰ ਸਕਦੇ। ਪੈਟਰੋਲ 92 ਰੁਪਏ ਹੋ ਗਿਆ, ਸੋ ਇਹਨਾਂ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ। ਗਰੀਬ ਬੰਦਾ ਮਰ ਰਿਹਾ ਦਿਨ ਪਰ ਦਿਨ। जो सरकार को वोटा लेना हो उदो आते पैर ही हाथ लगाते हैं, लेके भूल जाते हैं। ਲੋਕਾਂ ਦੀਆਂ ਜੁੱਤੀਆਂ ਹੀ ਲੋਕਾਂ ਦੇ ਸਿਰ ਮਾਰਨ ਦੀ ਪੂਰੀ ਪਲੈਨਿੰਗ ਹੋਈ ਪਈ ਹੈ ਸਰਕਾਰ ਵੱਲੋਂ। ਹੁਣ ਫੇਰ ਕਹਿੰਦੇ ਅਗਲੇ ਮਹੀਨੇ ਲਾਕਡਾਊਨ ਲੱਗ ਜਾਣਾ ਤਾਂ ਰੋਣਾ, ਉਹਦੀ ਜਾਨ ਨੂੰ ਹੀ ਰੋਣਾ ਪਿਆ ਉਹਨਾਂ ਦੀ ਨੂੰ। सिलेंडर इतना महंगा बा, गरीब इंसान कहाँ जाएगा? ਗਰੀਬ ਬੰਦੇ ਅਸੀਂ ਕਿੱਥੋਂ ਖਾਈਏ, ਕਿਸ ਤਰ੍ਹਾਂ ਗੁਜ਼ਾਰਾ ਕਰੀਏ ਦੱਸੋ ਮੈਨੂੰ। ਉਹ ਜਿਹਨੂੰ ਆਮਦਨ ਹੀ ਨਾ ਗੁਜ਼ਾਰ ਦੀ ਤੋ ਕਿੱਥੋਂ ਸਿਲੰਡਰ ਲੈ ਕੇ ਰਸੋਈ 'ਚ ਰੱਖੂਗਾ। ਜਿੰਨਾ ਇਸ ਵੇਲੇ ਭ੍ਰਸ਼ਟਾਚਾਰ, ਸਭ ਤੋਂ ਜ਼ਿਆਦਾ ਭ੍ਰਸ਼ਟਾਚਾਰ ਨੇ ਦੇਸ਼ ਨੂੰ ਖਰਾਬ ਕੀਤਾ ਹੈ। 2-3 ਵਾਰੀ ਹੋ ਗਈ ਹੋਈ ਆ, ਕੋਈ ਪੈਨਸ਼ਨ ਕੋਈ ਨਹੀਂ ਮਿਲਦੀ। ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਹੀ ਕਰੋਨਾ ਆ, ਬਾਅਦ ਚੋਂ ਅੰਦਰ ਵੜ ਜਾਂਦਾ ਆ। मैं तो कहती नहीं, मैं तो डरती नहीं इन्नी करोने कराने ते। जगर बच्चे पढ़ लिख रहे हैं, जगर पास उतना आमदनी नहीं है, कमाई नहीं है, वो कहाँ से देगा? ਵੀ ਆ ਫਲਾਣੇ ਨੂੰ ਵੋਟ ਪਾ ਦਿਓ, ਧਮਕੜੇ ਨੂੰ ਪਾ ਦਿਓ। ਉਹ ਅਸੀਂ ਤਾਂ ਧਮਕੜਿਆਂ ਨੂੰ ਵੀ ਪਾ ਕੇ ਦੇਖ ਲਈਆਂ ਤਾਂ ਤਦ ਵੀ ਮਹਿੰਗਾਈ ਉਹੀ ਆ, ਕਿਸੇ ਨਾਲ ਨੇ ਘਟਾਈ ਨਹੀਂ ਵਧਾਈ ਆ। ਬੀਜੇਪੀ ਸਰਕਾਰ ਦਾ ਰਾਜ ਆ। ਪੈਟਰੋਲ ਦੇਖ ਲਓ 92 ਰੁਪਏ ਪਹੁੰਚ ਗਿਆ। ਹੁਣ ਰਾਮਦੇਵ ਜੀ ਕੋਈ ਉਹਨਾਂ ਦਾ ਕਮੈਂਟ ਨਹੀਂ ਆਇਆ। ਜਦੋਂ ਵੋਟ ਪਾਣੇ ਹੁੰਦੇ ਨੇ ਉਦੋਂ ਆ ਜਾਂਦੇ ਨੇ, ਲਿਆਓ ਜੀ ਇਹਨੂੰ ਵੋਟ ਪਾਓ, ਉਹਨੂੰ ਵੋਟ ਪਾਓ, ਤੇ ਕਰਦਾ ਕੋਈ ਕੁਛ ਨਹੀਂ ਹੈਗਾ। ਰਸੋਈ ਕਹਿੰਦੀ ਰਸੋਈ 'ਚ ਨਾ ਵੜੋ, ਉਹ ਸਿਲੰਡਰ ਵੀ ਸਾਨੂੰ ਰੋਂਦਾ ਆ ਤਾਂ ਡੱਬੇ ਵੀ ਰੋਂਦੇ ਆ। नमस्कार, सांस्कृतिक देख रहे सारे दर्शकों का स्वागत है। मैं सुनन चवेगी पंजाब सरकार अपन नवीं नीतियां जिहड़े करदी रहिंदी ते लोकां दे उत्ते थोपदी रहिंदी आ, पर लोग इन्ने जिहड़े कि पंजाब सरकार दी नीतियां तो परेशान आ, इन्ने अक चुके हैं कि महंगाई नूं लैके उन्हां दा इन्ना बुरा हाल है ते अपने जज्बात जिहड़े कि अपने शेयर करना चाहुंदे कि इन्ने अके होए आ ते सगों सरकार नूं अपील भी करना चाहुंदे कि इस महंगाई ते ठल पाई जावे तां जो उन्हां दा आउण वाला समा जिहड़ा कि सही ढंग दे नाल बतीत हो सकन। ते आपां उत्थे लोकां नाल गलबात करदे कि महंगाई नूं लैके उन्हां दा की कहना है। ਸਾਡੇ ਪਾਸੇ ਬਹੁਤ ਮਹਿੰਗਾਈ ਹੋ ਗਈ, ਬੱਚਿਆਂ ਨੂੰ ਕੋਈ ਕੰਮ ਕੋਈ ਨਹੀਂ, ਘਰ ਵਿਹਲੇ ਬੈਠੇ ਹੋਏ ਆ। ਤੇ ਵੱਡੀ ਜੇ ਲੈਂਡ ਆਪਣਾ ਸਿਲੰਡਰ ਹੈ ਉਹ ਬਹੁਤ ਮਹਿੰਗਾ ਆ ਗਿਆ। ਕਿਸ ਤਰ੍ਹਾਂ ਸਾਡਾ ਗੁਜ਼ਾਰਾ ਹੋਏਗਾ ਗਰੀਬਾਂ ਦਾ? ਗਰੀਬ ਬੰਦਿਆਂ ਦੀ ਤੁਸੀਂ ਆਪ ਸਹਾਇਤਾ ਕਰਨ ਜੋਗੇ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਸਾਨੂੰ। ਕਿਸ ਬਹੁਤ ਖਿਆਈ ਅਸੀਂ ਔਖੇ ਹੋਏ ਪਏ ਆ, ਕੋਈ ਕਾਰੋਬਾਰ ਨਹੀਂ, ਕੋਈ ਕੁਛ ਨਹੀਂ, ਤੇ ਸਾਨੂੰ ਰਾਸ਼ਨ ਪਾਣੀ ਜੋ ਬਹੁਤ ਮਹਿੰਗਾ ਮਿਲਦਾ ਪਿਆ, ਸਾਡਾ ਗੁਜ਼ਾਰਾ ਨਹੀਂ ਹੁੰਦਾ ਜੀ। ਇੱਕ ਤਾਂ ਮਾਤਾ ਜੀ ਸਬਸਿਡੀ ਵੀ ਆਉਂਦੀ ਹੁੰਦੀ ਸਰਕਾਰ ਵੱਲੋਂ, ਉਹ ਸਬਸਿਡੀ ਆਉਂਦੀ ਹੈ ਤੁਹਾਡੇ ਖਾਤਿਆਂ 'ਚ ਕਿ ਨਹੀਂ? ਨਾ ਜੀ, ਕੁਛ ਨਹੀਂ ਆਉਂਦਾ ਜੀ ਜੀ, ਸਾਨੂੰ ਕੁਛ ਨਹੀਂ ਮਿਲਦਾ ਪਿਆ, ਕੋਈ ਚੀਜ਼ ਨਹੀਂ ਮਿਲਦੀ ਪਈ ਸਾਨੂੰ। ਜੀ ਜੀ, ਹਾਂਜੀ। ਸੋ ਸਰਕਾਰ ਕਹਿੰਦੀ ਸੀ ਕਿ ਜਨਤਾ ਦੇ ਅੱਛੇ ਦਿਨ ਲਿਆਵਾਂਗੇ, ਲੱਗਦਾ ਕਿ ਅੱਛੇ ਦਿਨ ਆਏ ਕਿ ਸਰਕਾਰਾਂ ਦੇ ਅੱਛੇ ਦਿਨ ਆ ਗਏ? ਦੇਣਗੇ ਤਾਂ ਫਿਰ ਲਵਾਂਗੇ, ਦੇਣਗੇ ਤਾਂ ਫਿਰ ਜ਼ਰੂਰ ਲਵਾਂਗੇ, ਦੇਣਗੇ ਸਹੀ ਤਰ੍ਹਾਂ ਤੇ ਫਿਰ ਲਵਾਂਗੇ। ਗਰੀਬ ਬੰਦੇ ਅਸੀਂ ਕਿੱਥੋਂ ਖਾਈਏ, ਕਿਸ ਤਰ੍ਹਾਂ ਗੁਜ਼ਾਰਾ ਕਰੀਏ ਦੱਸੋ ਮੈਨੂੰ। ਹੈ ਸਾਨੂੰ ਕੁਛ ਕੋਈ ਸਹਾਇਤਾ ਹੋਣੀ ਚਾਹੀਦੀ, ਸਾਡੇ ਬੱਚਿਆਂ ਨੂੰ ਹੋਣੀ ਚਾਹੀਦੀ ਆ। ਗਰੀਬ ਮੈਂ ਹੈਗੀ ਆ, ਮੇਰੀ ਲੱਤ ਮੇਰੀ ਟੁੱਟੀ ਪਈ, ਦਵਾਈ ਤੋਂ ਮੈਂ ਔਖੀ ਹੋਈ ਪਈ ਆ, ਕੋਈ ਦਵਾਈ ਨਹੀਂ, ਬੱਚੇ ਗਰੀਬ ਹੈਗੇ ਆ, ਉਹ ਮੇਰਾ ਇਲਾਜ ਨਹੀਂ ਕਰ ਸਕਦੇ। ਉਹਨਾਂ ਦੇ ਆਪਣੇ ਬੱਚੇ ਆ, ਉਹ ਮੇਰਾ ਆਪਣਾ ਗੁਜ਼ਾਰਾ ਕਰਨ ਜਾਂ ਮੇਰਾ ਕਰਨ, ਦੱਸੋ ਮੈਨੂੰ ਕਿੱਥੇ ਜਾਈਏ? ਜੀ, ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ? ਹਾਂਜੀ, ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਤਾਂ ਜੋ ਮਹਿੰਗਾਈ ਤੇ ਠੱਲ ਪਾਈ ਜਾ ਸਕੇ? ਮੈਨੂੰ ਸਹੂਲਤ ਮਿਲਦੀ ਜਿੰਨੀ ਵੀ ਹੋ ਸਕਦੀ, ਮੈਨੂੰ ਉਮਦਾਦ ਦੇਣੀ ਚਾਹੀਦੀ ਉਹਨਾਂ ਨੂੰ। ਜੀ ਜੀ, ਪੈਨਸ਼ਨ ਆਉਂਦੀ ਹੈ ਪੂਰੀ ਪ੍ਰੋਪਰ ਤੁਹਾਨੂੰ? ਪੈਨਸ਼ਨ ਮੈਨੂੰ ਮਿਲਦੀ ਨਹੀਂ ਪਈ, ਦਿੰਦੀ ਨਹੀਂ। 2-3 ਵਾਰੀ ਹੋ ਗਈ ਹੋਈ ਆ, ਕੋਈ ਪੈਨਸ਼ਨ ਕੋਈ ਨਹੀਂ ਮਿਲਦੀ। ਤੇ ਥੋੜ੍ਹੇ ਜਿਹੇ ਦਿੱਤੇ ਨੇ ਉਦੋਂ, ਉਹ ਫਿਰ ਹੁਣ ਦਵਾਈ ਨੂੰ ਮੈਂ ਬੈਠੀ, ਮੇਰੀ ਦਵਾਈ ਵੀ ਮੁੱਕੀ ਪਈ ਆ। ਪਤਾ ਨਹੀਂ ਭਾਵੇਂ ਹੁਣ ਅਟੈਕ ਹੋ ਜਾ, BP ਵੀ ਹਾਈ ਹੋ ਜਾਂਦਾ, ਸ਼ੂਗਰ ਉਹ ਹਾਈ ਹੋ ਜਾਂਦੀ ਆ। ਕੋਈ ਪਤਾ ਨਹੀਂ ਕਿਹੜੇ ਟਾਈਮ ਕੀ ਹੋਈ ਮੇਰਾ ਤੇ ਕੀ ਨਹੀਂ, ਮੈਨੂੰ ਕੋਈ ਸਹੂਲਤ ਨਹੀਂ ਮਿਲਦੀ ਪਈ। ਬਿਲਕੁਲ, ਜਿਵੇਂ ਕਿ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਪੈਨਸ਼ਨ ਵਧਾ ਦਿੱਤੀ ਗਈ ਹੈ, 1500 ਦਿੱਤੀ ਜਾਵੇਗੀ, ਪਰ ਜੇ ਜ਼ਮੀਨੀ ਹਕੀਕਤ ਦੇਖੀਏ ਤਾਂ ਲੋਕਾਂ ਨੂੰ ਜਿਹੜੀ ਕਿ ਪੈਨਸ਼ਨ ਵੀ ਨਹੀਂ ਮਿਲਦੀ। ਹੋਰ ਵੀ ਇੱਥੋਂ ਲੋਕਾਂ ਨਾਲ ਗੱਲਬਾਤ ਕਰਦੇ ਆ ਜੋ ਸਰਕਾਰ ਦੀਆਂ ਨੀਤੀਆਂ ਨਵੀਆਂ ਆ ਰਹੀਆਂ। ਇੱਕ ਤਾਂ ਕਹਿੰਦੇ ਕਿ ਕਰੋਨਾ ਆ ਗਿਆ, ਤੁਹਾਨੂੰ ਲੱਗਦਾ ਕਿ ਕਰੋਨਾ ਦਾ ਇੱਕ ਤਰ੍ਹਾਂ ਦਾ ਬਹਾਨਾ ਲਗਾਇਆ ਜਾ ਰਿਹਾ ਸਿਰਫ ਇਹ? मैं तो कहती नहीं, मैं तो डरती नहीं इन्नी करोने कराने ते। ਜੀ ਜੀ, ਇੱਕ ਤਾਂ ਲੋਕਡਾਊਨ ਵੀ ਲੱਗਿਆ ਸੀ, ਲੋਕਡਾਊਨ ਦੇ ਦੌਰਾਨ ਕੀ ਤੁਹਾਨੂੰ ਜਿਹੜੀਆਂ ਕਿ ਸਮੱਸਿਆਵਾਂ ਆਈਆਂ ਸੀ? ਲੋਕੀ दूर दूर ਰਹਿੰਦੇ ਤੇ ਮੈਂ ਤਾਂ ਇਕੱਠੀ ਹੋ ਕੇ ਰਹਿੰਦੀ ਸੀਗੀ ਹਰੇਕ ਕੋਲ। ਮੈਂ ਨਹੀਂ ਇੰਨੀ ਨਫ਼ਰਤ ਕੀਤੀ ਹੈਗੀ ਕਰੋਨੇ ਤੇ। ਜੀ ਜੀ, ਉਹ ਜਦ ਮੈਂ ਕਿਹਾ ਜੋ ਹੋਣਾ। ਜੀ, ਮਤਲਬ ਸਰਕਾਰਾਂ ਗੁੰਮਰਾਹ ਕਰ ਰਹੀਆਂ ਕਰੋਨਾ ਦੇ ਨਾਮ ਤੇ।
ਹਾਂਜੀ ਜੀ ਜੀ, ਇੱਕ ਮਹਿੰਗਾਈ ਹੋ ਗਈ ਹੈ, ਮਹਿੰਗਾਈ ਨੂੰ ਲੈ ਕੇ ਕਹਿਣਾ। ਸਿਲੰਡਰ ਅਸੀਂ ਇੰਨੇ ਮਹਿੰਗੇ ਕਿੱਥੇ ਤੇ ਕਰਨੇ ਆ, ਉਹ ਫੈਕਟਰੀਆਂ 'ਚ ਕੰਮ ਕਰਨੇ ਵਾਲੇ ਆ, ਕਿੱਥੇ ਤੇ ਅਸੀਂ ਗੁਜ਼ਾਰੇ ਕਰਨੇ। ਜੀ ਜੀ ਸਾਨੂੰ ਤਾਂ ਸਹੂਲਤਾਂ ਚਾਹੀਦੀਆਂ, ਬੱਚੇ ਸਾਡੇ ਹੈਗੇ ਉੱਤੇ ਘੁੰਮਿਆ ਕਰਦੇ। ਜੀ ਜੀ, ਹੁਣ ਫਿਰ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਡਾਊਨ ਲੱਗ ਸਕਦਾ, ਕੀ ਕਹਿਣਾ ਚਾਹੋਗੇ? ਉਹ ਤਾਂ ਖੱਪ ਤਾਂ ਬਥੇਰੀ ਪਾਈ ਵੀ ਮੈਂ ਨਹੀਂ ਮੰਨਦੀ ਹੈਗੀ, ਮੈਨੂੰ ਲੱਗੂਗਾ। ਜੀ ਜੀ ਹਾਂ ਜੀ ਜੀ ਜੀ। ਸੋ ਹੋਰ ਵੀ ਇੱਥੋਂ ਲੋਕਾਂ ਨਾਲ ਗੱਲਬਾਤ ਕਰਦੇ ਆ, ਜਿਵੇਂ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂ ਰਹੀਆਂ ਆ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖਿਆ ਜਾਵੇ ਦਿਨ ਪਰ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀ ਜਾ ਰਹੀਆਂ ਆ, ਜਿਹੜੀਆਂ ਕਿ ਨਹੀਂ ਹੋਣੀਆਂ ਨਹੀਂ ਚਾਹੀਦੀਆਂ, ਕਿਉਂਕਿ ਦੇਖਿਆ ਜਾਵੇ ਹਰ ਬੰਦਾ ਬਾਈਕ, ਜਿਹੜਾ ਮਿਡਲ ਕਲਾਸ ਬੰਦਾ ਉਹਦੇ ਕੋਲ ਵੀ ਬਾਈਕ ਹੈਗੀ ਆ, ਜੀ, ਜੀ। ਔਰ ਰਸੋਈ ਤੇ ਸਿੱਧਾ ਅਸਰ ਪੈ ਰਿਹਾ ਆ। ਜੀ ਕਿਉਂਕਿ ਜਦੋਂ ਜੇਬ ਚੋਂ ਪੈਸਾ ਜਾਂਦਾ ਕਿਸੇ ਦਾ, ਕਿਉਂਕਿ ਹਰ ਬੰਦਾ ਬਾਈਕ ਨਾਲ ਹੀ ਕੰਮ ਕਰੂਗਾ, ਕੋਈ ਵੀ ਕਰਦਾ, ਚਾਹੇ ਉਹ ਮਾਰਕੀਟਿੰਗ ਦਾ ਕਰਦਾ ਆ, ਚਾਹੇ ਕਿਸੇ ਵੀ ਤਰ੍ਹਾਂ ਦਾ, ਉਹ ਸਾਰਾ ਅਸਰ ਘਰ ਦੀ ਰਸੋਈ ਤੇ ਪੈ ਰਿਹਾ, ਪੂਰੀ ਫੈਮਿਲੀ ਤੇ ਪੈ ਰਿਹਾ ਆ। ਡੀਜ਼ਲ ਜਿਹੜਾ ਹੈਗਾ 83 ਰੁਪਏ ਹੋ ਗਿਆ ਹੋਇਆ ਆ, ਤੇ ਪੈਟਰੋਲ 92 ਰੁਪਏ ਹੋ ਗਿਆ। ਸੋ ਇਹਨਾਂ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ, ਗਰੀਬ ਬੰਦਾ ਮਰ ਰਿਹਾ ਦਿਨ ਪਰ ਦਿਨ, ਸੋ ਇਹ ਹੋਣਾ ਨਹੀਂ ਚਾਹੀਦਾ। ਤੁਸੀਂ ਲਾ ਲਓ ਫਿਰ ਗੈਸ ਵੀ ਜਿਹੜਾ ਹਰ ਦੇਖੋ ਛੋਟੇ ਤੋਂ ਛੋਟੇ ਬੰਦੇ ਨੇ ਵੀ ਗੈਸ ਭਰਾਣੀ ਹੈ, ਰੋਟੀ ਤਾਂ ਪਕਾਣੀ ਆ, ਚੁੱਲ੍ਹਾ ਤਾਂ ਚਲਾਉਣਾ ਹੀ ਹੈ ਨਾ। ਸੋ ਗੈਸ ਦੀਆਂ ਕੀਮਤਾਂ ਪਹਿਲੇ ਕਿੰਨੀਆਂ ਸੀ? ਕਾਂਗਰਸ ਦੇ ਟਾਈਮ ਜੀ 400 ਰੁਪਏ ਦਾ ਸਿਲੰਡਰ ਸੀ, 350 400 ਰੁਪਏ ਦਾ। ਉਸ ਟਾਈਮ ਮੈਂ ਦੇਖਿਆ ਸੀ ਰਾਮਦੇਵ ਜੀ ਕਹਿ ਰਹੇ ਸੀ ਕਿ ਤੁਹਾਨੂੰ 35 ਰੁਪਏ 30 ਰੁਪਏ ਜਿਹੜਾ ਲੀਟਰ ਪੈਟਰੋਲ ਦਊਗਾ, ਤੁਸੀਂ ਵੋਟ ਉਹਨੂੰ ਦਿਓਗੇ ਜਾਂ ਕਿਸੇ ਹੋਰ ਨੂੰ? ਉਹ ਕਹਿੰਦੇ ਸੀ ਕਿ ਅਸੀਂ ਉਹਨਾਂ ਨੂੰ ਦੇਵਾਂਗੇ ਜਿਹਨੇ 30 35 ਰੁਪਏ ਲੀਟਰ ਪੈਟਰੋਲ ਦਊਗਾ। ਹੁਣ ਦੇਖ ਲਓ ਬੀਜੇਪੀ ਸਰਕਾਰ ਦਾ ਰਾਜ ਆ, ਪੈਟਰੋਲ ਦੇਖ ਲਓ 92 ਰੁਪਏ ਪਹੁੰਚ ਗਿਆ। ਹੁਣ ਰਾਮਦੇਵ ਜੀ ਕੋਈ ਉਹਨਾਂ ਦਾ ਕਮੈਂਟ ਨਹੀਂ ਆਇਆ, ਕੋਈ ਇਸ ਤੇ ਪ੍ਰਤੀਕਿਰਿਆ ਨਹੀਂ ਆਈ ਹੈਗੀ। ਹੁਣ ਕਹਿ ਰਹੇ ਜੀ ਦੇਸ਼ ਹਿੱਤ ਦੇ ਵਿੱਚ ਆ, ਕਿ ਜੇ ਜੇਬ ਦੇ ਵਿੱਚੋਂ ਕੋਈ ਪੈਸਾ ਜਾ ਵੀ ਰਿਹਾ ਉਹ ਵੀ ਦੇਸ਼ ਹਿੱਤ ਦੇ ਵਿੱਚ ਆ। ਹੁਣ ਇਹ ਦੇਸ਼ ਭਗਤੀ ਦਿਖਾ ਰਿਹਾ, ਪਰ ਨਹੀਂ, ਇਹ ਗੱਲ ਗਲਤ ਆ। ਇਹ ਸੋਚਣਾ ਚਾਹੀਦਾ ਗਰੀਬ ਬੰਦੇ ਦਾ, ਆਮ ਬੰਦਿਆਂ ਦਾ, ਕਿਉਂਕਿ ਰੋਟੀ ਖਾਣੀ ਬਹੁਤ ਮੁਸ਼ਕਿਲ ਹੋਈ ਪਈ ਆ, ਕਿਉਂਕਿ ਅਸੀਂ ਸਾਰੇ ਮਿਡਲ ਕਲਾਸ ਹੀ ਆ, ਹੈਂਡ ਟੂ ਮਾਊਥ ਆ, ਸਾਰੇ ਜਾਣੇ ਕਮਾਉਂਦੇ ਆ, ਫੇਰ ਹੀ ਆ ਸਾਰਾ ਕੁਝ, ਕਿਉਂਕਿ ਇੱਕ ਬੰਦਾ ਕਮਾਉਂਦਾ, ਸਾਰਾ ਪਰਿਵਾਰ ਖਾਂਦਾ ਆ। ਸੋ ਗਰੀਬ ਬੰਦੇ ਲਈ ਤਾਂ ਬਹੁਤ ਹੀ ਜ਼ਿਆਦਾ ਔਖਾ ਹੋਇਆ ਪਿਆ ਜੀ। ਲੱਗਦਾ ਕਿ ਸਰਕਾਰਾਂ ਇਹੋ ਜਿਹਾ ਜਿਹੜੇ ਕਿ ਜਨਤਾ ਨਾਲ ਮਜ਼ਾਕ ਕਰਦੇ ਆ। ਜੇ ਆਪਾਂ ਕਰੋਨਾ ਦੀ ਗੱਲ ਕਰੀਏ, ਲੋਕ ਹੁਣ ਵੀ ਬਹੁਤ ਸਿਆਣੇ ਹੋ ਚੁੱਕੇ ਆ। ਕਰੋਨਾ ਦੀ ਬਜਾਏ ਜਿਹੜਾ ਕਿ ਕਿਸਾਨੀ ਅੰਦੋਲਨ ਜਿਹੜੇ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਰੋਨਾ ਕੀਤਾ ਜਾ ਰਿਹਾ। ਸਰਕਾਰ ਲੱਗਦਾ ਤੁਹਾਨੂੰ ਇਸ ਤਰ੍ਹਾਂ? ਟਾਈਮ ਤਾਂ ਇਦਾਂ ਹੀ ਹੁੰਦਾ ਜੀ, ਜਦੋਂ ਥੋੜਾ ਜਿਹਾ ਕੰਮ ਹੋ ਜਾਂਦਾ, ਜਦੋਂ ਦੇਖਿਆ ਜਾਂਦਾ ਹੈ ਕਿ ਸੰਘਰਸ਼ ਬਹੁਤ ਜ਼ਿਆਦਾ ਹਾਈ ਲੈਵਲ ਤੇ ਚਲਾ ਗਿਆ, ਉਦੋਂ ਇਹ ਕਰੋਨਾ ਦਾ ਬਹਾਨਾ ਜ਼ਰੂਰ ਲਗਾਉਂਦੇ ਆ। ਹੁਣ ਫਿਰ ਥੋੜੇ ਚਿਰ ਤੋਂ ਕਰੋਨਾ ਦਾ ਬਹਾਨਾ ਲਗਾ ਰਹੇ, ਕਰੋਨਾ ਫੈਲ ਗਿਆ। ਕਰੋਨਾ ਨਹੀਂ ਫੈਲ ਗਿਆ, ਇਹ ਸਿੱਧਾ ਹੀ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹਨੂੰ ਇਫੈਕਟ ਕਰਨ ਵਾਸਤੇ, ਉਹਨੂੰ ਤੋੜਨ ਵਾਸਤੇ, ਉਹਨੂੰ ਕਮਜ਼ੋਰ ਕਰਨ ਵਾਸਤੇ ਇਹ ਨੀਤੀ ਅਪਣਾਈ ਜਾ ਰਹੀ ਹੈ। ਸਰਕਾਰਾਂ ਸਮੇਂ-ਸਮੇਂ ਤੇ ਸਰਕਾਰਾਂ ਇਸੇ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਆ, ਹਾਂਜੀ, ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ। ਸਰਕਾਰਾਂ ਇੱਕ ਪਾਸੇ ਕਹਿ ਰਹੀਆਂ ਕਰੋਨਾ, ਤੇ ਇੱਕ ਪਾਸੇ ਰੈਲੀਆਂ ਜਿਹੜੀਆਂ ਖੁਦ ਕਰ ਰਹੀਆਂ, ਕੀ ਕਹਿਣਾ ਚਾਹੋਗੇ? ਹੁਣ ਦੇਖੋ ਜੀ, ਬੰਗਾਲ ਦੇ ਵਿੱਚ ਇਲੈਕਸ਼ਨ ਆ, ਅਮਿਤ ਸ਼ਾਹ ਜੀ ਉੱਥੇ ਜਾ ਕੇ ਆਪਣਾ ਚੁਣਾਵ ਪ੍ਰਚਾਰ ਵੀ ਕਰ ਰਹੇ ਨੇ। ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਹਰ ਕੋਈ ਦੇਖ ਰਿਹਾ ਆ, ਚੁਣਾਵ ਪ੍ਰਚਾਰ ਕਰ ਰਹੇ ਨੇ। ਕੀ ਗੱਲ ਉੱਥੇ ਕਰੋਨਾ ਨਹੀਂ ਹੈਗਾ? ਜੇ ਇਹੀ ਗੱਲ ਆ ਤੇ ਉੱਥੇ ਕਿਉਂ ਨਹੀਂ ਕਰੋਨਾ ਪੰਜਾਬ 'ਚ ਹੀ ਕਿਉਂ ਆ? ਹੁਣ ਨਾਈਟ ਕਰਫਿਊ ਲਗਾ ਦਿੰਦੇ ਆ ਰਾਤ ਦੇ ਦੌਰਾਨ, ਕਿ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ। ਕੀ ਗੱਲ, ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਹੀ ਕਰੋਨਾ ਆ, ਬਾਅਦ 'ਚੋਂ ਅੰਦਰ ਵੜ ਜਾਂਦਾ ਆ। ਸੋ ਇਹ ਸਾਰੀਆਂ ਗੱਲਾਂ ਗਲਤ ਆ। ਪੰਜਾਬ ਸਰਕਾਰ ਬਿਲਕੁਲ ਵਿਫਲ ਆ ਕਰੋਨਾ ਦੇ ਉੱਤੇ ਕੰਟਰੋਲ ਕਰਨ ਤੇ। ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਆ। ਸੋ ਲੋਕਾਂ ਦੀ ਜਿਹੜੀਆਂ ਮੁੱਢਲੀਆਂ ਸਹੂਲਤਾਂ ਆ, ਅਸੀਂ ਦੇਖੀਏ, ਆਪਾਂ ਗੈਸ ਨਾ ਦੇਖੀਏ, ਅਸੀਂ ਪੈਟਰੋਲ ਨਾ ਦੇਖੀਏ, ਅਸੀਂ ਬਿਜਲੀ ਦੇ ਰੇਟ ਹੀ ਦੇਖ ਲਈਏ। ਸਾਡੇ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਸਭ ਤੋਂ ਵੱਧ ਟੈਕਸ ਪੰਜਾਬ ਸਰਕਾਰ ਲੈ ਰਹੀ ਹੈ ਬਿਜਲੀ ਦੇ ਵਿੱਚ। ਮੇਰੇ ਖਿਆਲ 10-11 ਰੁਪਏ ਯੂਨਿਟ ਹੈਗੀ ਆ। ਜੇ ਅਸੀਂ ਦੇਖ ਲਈਏ, ਦਿੱਲੀ ਦੇ ਵਿੱਚ 2.5 ਰੁਪਏ ਯੂਨਿਟ ਆ, ਤੇ ਹਰਿਆਣੇ ਦੇ ਵਿੱਚ ਮੇਰੇ ਖਿਆਲ 3 ਰੁਪਏ ਯੂਨਿਟ ਆ। ਇੱਥੇ ਕਿਉਂ ਨਹੀਂ ਜ਼ਿਆਦੀ? ਲੋਕੀ ਆਵਾਜ਼ ਨਹੀਂ ਉਠਾ ਰਹੇ, ਲੋਕੀ ਭੋਲੇ ਨੇ, ਬਸ ਸਰਕਾਰਾਂ ਗੁੰਮਰਾਹ ਕਰਦੀਆਂ ਪਈਆਂ। 5 ਸਾਲ ਅਕਾਲੀਏ, 5 ਸਾਲ ਕਾਂਗਰਸੀਏ। ਸੋ ਸਾਨੂੰ ਸੋਚਣਾ ਚਾਹੀਦਾ, ਆਉਣ ਵਾਲੇ ਟਾਈਮ 'ਚ ਹਰ ਨਾਗਰਿਕ ਨੂੰ ਸੋਚਣਾ ਚਾਹੀਦਾ ਕਿ ਅਸੀਂ ਦੇਖੀਏ ਕਿਹੜਾ ਲੀਡਰ ਵਧੀਆ ਸਾਡੇ ਲਈ ਕੰਮ ਕਰ ਰਿਹਾ, ਅਸੀਂ ਉਹਨੂੰ ਵੋਟ ਦਈਏ। ਸੋ ਲੋਕ ਹੁਣ ਸਿਆਣੇ ਹੋ ਗਏ ਨੇ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਕਿ ਸ਼ਾਇਦ ਲੋਕੀ ਆਪਣੀ ਜਿਹੜੀ ਮੱਤ ਵਾ ਉਹਦਾ ਸਹੀ ਅਧਿਕਾਰ, ਸਹੀ ਵਰਤੋਂ ਕਰਨਗੇ ਤੇ ਵਧੀਆ ਸਰਕਾਰ ਚੁਣਨਗੇ। ਇੱਕ ਸਵਾਲ ਹੋਰ ਕਰਾਂਗੇ ਕਿ ਇੱਕ ਪਾਸੇ ਤਾਂ ਸਰਕਾਰਾਂ ਸਿਲੰਡਰ ਘਰ ਦੇ ਰਹੀਆਂ ਫ੍ਰੀ ਦੇ ਵਿੱਚ, ਪਰ ਉੱਤੋਂ ਦੀ ਜਿਹੜੇ ਗੈਸ ਦੇ ਰੇਟ ਵੀ ਵਧਾ ਰਹੀਆਂ, ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪਿੱਛੇ ਜੇ ਹੁਣ ਇੱਕ ਹੋਰ ਪਾਲਿਸੀ ਇਹਨਾਂ ਨੇ ਸ਼ੁਰੂ ਕੀਤੀ ਸੀ ਕਿ ਹੁਣ ਅਸੀਂ ਪੈਨਸ਼ਨ ਵਧਾ ਦੇਣੀ ਆ, ਪੈਨਸ਼ਨ ਕਰ ਦੇਣੀ 1500 ਰੁਪਈਆ। ਪਰ ਤੁਸੀਂ ਦੇਖਿਆ, ਜਦੋਂ ਕੋਈ ਹੁਣ ਨਵਾਂ ਵਾਹਨ ਲਊਗਾ, ਮੈਂ ਪੇਪਰ ਦੇ ਵਿੱਚ ਪੜ੍ਹ ਰਿਹਾ ਸੀ ਕਿ ਉਹਦੇ ਤੇ ਟੈਕਸ ਵੀ ਵਧਾ ਦਿੱਤਾ। ਕਹਿਣ ਦਾ ਮਤਲਬ ਕਿ ਲੋਕਾਂ ਦੀਆਂ ਜੁੱਤੀਆਂ ਹੀ ਲੋਕਾਂ ਦੇ ਸਿਰ ਮਾਰਨ ਦੀ ਪੂਰੀ ਪਲੈਨਿੰਗ ਹੋਈ ਪਈ ਆ ਸਰਕਾਰ ਵੱਲੋਂ। ਸੋ ਫ੍ਰੀ ਦੇ ਵਿੱਚ ਕੁਝ ਨਹੀਂ ਹੈਗਾ ਜੀ, ਕੁਝ ਵੀ ਨਹੀਂ ਕਿਸੇ ਨੂੰ ਸਹੂਲਤ ਦੇ ਰਹੇ ਆ। ਲੋਕਾਂ ਦੇ ਕੋਲੋਂ ਟੈਕਸ ਇਕੱਠਾ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਦੂਸਰੇ ਪਾਸੋਂ ਦੀ ਇਕੱਠਾ ਕਰਕੇ ਉਹਨਾਂ ਦੇ ਉੱਤੇ ਥੋਪ ਰਹੇ ਨੇ। ਬਸ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਸਰਕਾਰ ਦੀ ਨੀਅਤ ਨਹੀਂ ਸਹੀ ਹੈ, ਕਿ ਸਰਕਾਰਾਂ ਤੋਂ ਹੁਣ ਲੋਕੀ ਵੈਸੇ ਵੀ ਦੁਖੀ ਹੋਏ ਪਏ ਨੇ ਬਹੁਤ ਜ਼ਿਆਦਾ। ਹੁਣ ਚਾਹੀਦਾ ਹੈ ਕਿ ਗਰੀਬਾਂ ਦੇ ਲਈ ਇਹ ਕੰਮ ਕਰਨ, ਵੱਧ ਤੋਂ ਵੱਧ ਗਰੀਬਾਂ ਨੂੰ ਸਹੂਲਤ ਦੇਣ। ਮੇਨ ਚਾਹੀਦਾ ਕਿ ਰੋਟੀ, ਕੱਪੜਾ, ਮਕਾਨ, ਇਹ ਚੀਜ਼ਾਂ ਜ਼ਰੂਰਤ ਜਿਹੜੀਆਂ ਮਿਡਲ ਕਲਾਸ ਬੰਦਾ ਉਹਨੂੰ ਚਾਹੀਦੀਆਂ, ਇਹ ਹੋਣੀਆਂ ਚਾਹੀਦੀਆਂ। ਆਖਿਰ ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ, ਕਿਸ ਤਰ੍ਹਾਂ ਸਰਕਾਰ ਨੂੰ ਜਿਹੜਾ ਸ਼ੀਸ਼ਾ ਦਿਖਾਉਣਾ ਚਾਹੋਗੇ?
ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈ ਕਿ ਸਰਕਾਰ ਨੂੰ ਜਿਹੜੇ ਗਰੀਬ ਲੋਕ ਹੈਗੇ ਨੇ, ਗਰੀਬ ਤਬਕਾ ਹੈਗਾ, ਉਹਨਾਂ ਦੇ ਵਾਸਤੇ ਸੋਚਣਾ ਚਾਹੀਦਾ ਆ। ਕਿਉਂਕਿ ਜਿਹੜਾ ਰਿਚ ਬੰਦਾ ਆ, ਰਿਚ ਫੈਮਿਲੀਜ਼ ਜਿਹੜੀਆਂ ਹੈਗੀਆਂ, ਕਈ ਤਾਂ ਵੋਟ ਪਾਉਣ ਜਾਂਦੀਆਂ ਨਹੀਂ, ਵੋਟ ਪਾਉਣ ਜਾਂਦੇ ਨੇ ਮਿਡਲ ਲੋਕ, ਠੀਕ ਹੈ ਜੀ। ਸੋ ਇਹਨਾਂ ਦਾ ਸੋਚਣਾ ਚਾਹੀਦਾ ਆ, ਇਹਨਾਂ ਦੇ ਬਿਜਲੀ ਪਾਣੀ ਤੇ ਇਹਨਾਂ ਦੇ ਰੋਜ਼ਗਾਰ ਦੇ ਜੋ ਵੀ ਸਾਧਨ ਇਹਨਾਂ ਨੂੰ ਮੁਹੱਈਆ ਕਰਾਉਣੇ ਚਾਹੀਦੇ ਨੇ। ਕਿਉਂਕਿ ਦੇਖੋ ਬਹੁਤ ਬੇਰੁਜ਼ਗਾਰੀ ਸਾਡੇ ਸਮਾਜ ਦੇ ਵਿੱਚ ਹੈਗੀ ਆ। ਤੁਸੀਂ ਇਕੱਲੇ ਪੰਜਾਬ 'ਚ ਨਹੀਂ, ਹਰ ਸਟੇਟ 'ਚ ਚਲੇ ਜਾਓ, ਬੇਰੁਜ਼ਗਾਰ ਬਹੁਤ ਫਿਰਦੇ ਨੇ। ਕਿਸੇ ਨੇ BA ਕੀਤੀ ਹੈ, ਕਿਸੇ ਨੇ BCom ਕੀਤੀ ਹੈ, ਤੇ ਸੋ ਉਹਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਆ। ਫ੍ਰੀ ਦੀਆਂ ਚੀਜ਼ਾਂ ਤੋਂ ਧਿਆਨ ਪਰੇ ਰੱਖਣਾ ਚਾਹੀਦਾ ਉਹਨਾਂ ਦਾ, ਤਾਂ ਕਿ ਉਹ ਖੁਦ ਕਮਾਣ, ਖੁਦ ਇੰਡੀਪੈਂਡ ਹੋਣ ਤੇ ਵਧੀਆ ਤਰੀਕੇ ਨਾਲ ਆਪਣਾ ਜੀਵਨ ਬਤਰ ਕਰਨ। ਜੀ ਬਿਲਕੁਲ, ਤੁਸੀਂ ਬੇਰੁਜ਼ਗਾਰੀ ਦੀ ਗੱਲ ਕੀਤੀ। ਬੇਰੁਜ਼ਗਾਰ ਦੇ ਨਾਲ ਨਾਲ ਆਪਾਂ ਨਸ਼ਿਆਂ ਦੀ ਵੀ ਗੱਲ ਕਰ ਲੈਂਦੇ ਆ। ਸਰਕਾਰ ਕਹਿੰਦੀ ਸੀ ਕਿ ਨਸ਼ਾ ਖਤਮ ਕੀਤਾ ਜਾਊਗਾ ਹਫ਼ਤੇ ਦੇ ਵਿੱਚ, ਪਰ ਨਸ਼ਾ ਖਤਮ ਨਹੀਂ ਹੋਇਆ। ਕੀ ਕਹਿਣਾ ਚਾਹੋ? ਹਾਂਜੀ, ਕੈਪਟਨ ਸਾਹਿਬ ਨੇ ਤਾਂ ਗੁਟਕੇ ਸਾਹਿਬ ਦੀ ਸਹੁੰ ਖਾ ਕੇ ਵੀ ਕਹਿ ਦਿੱਤਾ ਸੀ 4 ਦਿਨ 'ਚ ਨਸ਼ਾ ਖਤਮ ਕਰਾਂਗੇ, ਪਰ ਉਹ ਹੋਇਆ ਨਹੀਂ ਹੈਗਾ। ਸੋ ਵੋਟਾਂ ਦੇ ਟਾਈਮ ਇਹ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਆ, ਪਰ ਜਦੋਂ ਇਲੈਕਸ਼ਨ ਹੋ ਜਾਂਦੇ ਆ ਫਿਰ ਉਹ ਵਾਅਦੇ ਇਹਨਾਂ ਤੋਂ ਪੂਰੇ ਨਹੀਂ ਹੁੰਦੇ। ਕੈਪਟਨ ਸਾਹਿਬ ਨੇ ਬਹੁਤ ਵਾਅਦੇ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਾਅਦਾ ਪੂਰਾ ਹੋਇਆ ਆ। ਸੋ ਇਹਨਾਂ ਨੂੰ ਆਪਣੇ ਜੋ ਵਾਅਦੇ ਕੀਤੇ ਉਹ ਪੂਰੇ 4 ਸਾਲ ਹੋ ਚੁੱਕੇ ਨੇ ਜੀ। 4 ਸਾਲਾਂ 'ਚ ਇਹਨਾਂ ਨੇ ਕੁਝ ਨਹੀਂ ਕੀਤਾ ਸੀ। ਹੁਣ ਦੇਖ ਲਓ, ਲਾਸਟ ਸਾਲ ਇਹਨਾਂ ਦੀ ਸਰਕਾਰ ਦਾ, ਹੁਣ ਇਹਨਾਂ ਨੇ 1500 ਰੁਪਇਆ ਕਹਿਤਾ ਜੀ ਪੈਨਸ਼ਨ ਵੀ ਦੇ ਦੇਵਾਂਗੇ। ਸੋ 4 ਸਾਲ ਸੁੱਤੀ ਰਹੀ ਹੈ ਸਰਕਾਰ। ਸਰਕਾਰ ਹੁਣ ਵੀ ਝੂਠੇ ਵਾਅਦੇ ਕਰ ਰਹੀ ਹੈ, ਹੋਣਾ ਕੁਝ ਨਹੀਂ ਹੈਗਾ। 1500 ਪੈਨਸ਼ਨ ਦਾ ਤੁਹਾਨੂੰ ਲੱਗਦਾ ਕਿ ਤਾਂ ਇਕਰਾਰ ਕੀਤਾ ਕਿ 2022 ਦੀਆਂ ਚੋਣਾਂ ਆ ਰਹੀਆਂ ਨਜ਼ਦੀਕ? ਬਿਲਕੁਲ ਜੀ, 2022 ਦੀਆਂ ਚੋਣਾਂ ਇਹਨਾਂ ਨੂੰ ਸਾਹਮਣੇ ਦਿਖ ਰਹੀਆਂ ਆ। ਇਲੈਕਸ਼ਨ ਸਾਹਮਣੇ ਆ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਪਹਿਲੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਸੀ, ਹੁਣ ਅੱਗੇ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ। ਪਰ ਇਹ ਹੁਣ ਲੋਕਾਂ ਦੀ ਸਿਆਣਪ ਹੈ, ਇਹਨਾਂ ਦੇ 4 ਸਾਲ ਦੇਖਣਗੇ ਜਾਂ ਹੁਣ ਇਸ 1 ਸਾਲ ਦੇ ਵਿੱਚ ਇਹ ਜੋ ਕਰ ਰਹੇ ਨੇ ਉਸ ਚੀਜ਼ ਨੂੰ ਦੇਖਣਗੇ। ਤੇ ਨਾਲ ਨਾਲ ਰਸੋਈ ਦੀਆਂ ਚੀਜ਼ਾਂ ਦਾ ਵੀ ਰੇਟ ਵੱਧ ਚੁੱਕਿਆ। ਕੀ ਕਹਿਣਾ ਚਾਹੋਗੇ? ਨਹੀਂ, ਵੱਧ ਚੁੱਕਾ ਆ, ਪਰ ਹੁਣ ਇੰਨੀ ਜਨਤਾ ਨੂੰ ਮਹਿੰਗਾਈ ਨਹੀਂ ਕਰਨੀ ਚਾਹੀਦੀ ਹੈਗੀ। ਜਿੱਦਾਂ ਹੁਣ ਦੇਖੋ ਨਾ, ਬੀਬੀਆਂ ਬੰਦੇ ਜਿਹੜੇ ਕਮਾਉਂਦੇ, ਕਿੰਨੀ ਕੁ ਕਮਾਈ ਹੈਗੀ ਆ। ਜਿੰਨੀ ਮਹਿੰਗਾਈ ਕਰੀ ਜਾਂਦੇ ਉਨੀ ਮਹਿੰਗਾਈ। ਛੋਟੇ ਪਰਿਵਾਰਾਂ ਨੂੰ ਜਦੋਂ ਜਿਹਦਾ ਕੰਮ ਚੰਗਾ ਹੋਣ ਤਾਂ ਠੀਕ ਹੈ, ਜਿਹੜਾ ਉਹਨੇ ਕੁ ਕਮਾਉਣਾ ਉਹਨੇ ਕੁ ਖਾਣੇ ਹੁਣ ਤਾਂ ਬਹੁਤ ਮੁਸ਼ਕਲ ਆ। ਜੀ ਜੀ ਹਾਂ, ਪਹਿਲਾਂ ਬੀਬੀ ਜਿਵੇਂ ਕਿ ਪੈਨਸ਼ਨ ਕਿਹਾ ਸੀ 2500 ਦਿੱਤੀ ਜਾਊਗੀ, ਪਰ ਹੁਣ ਜਿਹੜਾ ਕਿ 1500 ਕਰ ਦਿੱਤੀ ਗਈ। ਕੀ ਕਹਿਣਾ ਚਾਹੋਗੇ? ਉਹ 1500 ਕਿਹੜਾ ਮਿਲਣੀ ਆ ਵੀ ਖਰੇ 11ਵੇਂ 12ਵੇਂ ਮਹੀਨੇ ਮਿਲਣੀ ਜਾ ਕੇ। ਉਹ ਕਿਤੇ ਵੋਟਾਂ ਤੋਂ ਬਾਅਦ ਦੇਣੇ, ਉਹ ਤਾਂ ਲਾਲਚ ਦਿੱਤਾ ਆ, ਲਾਲਚ ਦਿੱਤਾ ਆ। ਲੱਗਦਾ ਕਿ ਸਰਕਾਰਾਂ ਸਿਰਫ ਝੂਠੇ ਦਾਅਵੇ ਕਰਦੀਆਂ, ਬਾਅਦ ਵਿੱਚ ਖੋਖਲੇ ਸਾਬਤ। ਬਸ ਝੂਠੇ ਦਾਅਵੇ ਕਰਦੀਆਂ ਆ। ਜੀ ਜੀ, ਅਸੀਂ ਤਾਂ ਕਹਿੰਦੇ ਝਾੜੂ ਵਾਲਾ ਕੀ ਆ ਜਾਂਦਾ ਵਧੀਆ ਹੈ। ਜੀ ਜੀ, ਕੀ ਮੰਗ ਕਰਨਾ ਚਾਹੋਗੇ ਸਰਕਾਰ ਨੂੰ ਤਾਂ ਜੋ ਮਹਿੰਗਾਈ ਜਿਹੜੀ ਜਲਦ ਤੋਂ ਜਲਦ ਉੱਤੇ ਠੱਲ ਪਾਈ ਜਾਵੇ? ਅਸੀਂ ਹੁਣ ਕੀ ਕਹਿ ਸਕਦੇ, ਇੱਕ ਮੈਂ ਠੀਕ ਨੇ ਦਿਮਾਗ ਨਹੀਂ ਚੱਲਦਾ ਹੈਗਾ, ਉੱਦਾਂ ਉਹ ਬੱਚਾ ਸਾਡਾ ਸਹੀ ਬੋਲਦਾ ਆ। ਜੀ ਜੀ, ਅਸੀਂ ਜਿੱਦਾਂ ਉਹ ਕਹੂਗਾ ਅਸੀਂ ਉਹਦੇ ਨਾਲ ਆ। ਹਾਂ, ਸ਼ੁਕਰੀਆ। ਸੋ ਇੱਥੇ ਹੋਰ ਵੀ ਅਸੀਂ ਜੈਂਟਸ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਮਹਿੰਗਾਈ ਨੂੰ ਲੈ ਕੇ ਕੀ ਕਹਿਣਾ ਹੈ। ਜਿਵੇਂ ਕਿ ਮਹਿੰਗਾਈ ਹੋ ਗਈ ਹੈ, ਹਰ ਇੱਕ ਚੀਜ਼ ਦਾ ਅਸਮਾਨ ਨੂੰ ਰੇਟ ਛੂ ਰਿਹਾ। ਕੀ ਕਹਿਣਾ ਚਾਹੋਗੇ? ਦੇਖੋ ਜੀ, ਗਰੀਬ ਬੰਦੇ ਵਾਸਤੇ ਆਪਣਾ ਰੋਟੀ ਚਲਾਣੀ ਬਹੁਤ ਮੁਸ਼ਕਲ ਆ। ਜੀ ਜੀ, ਜਿਹੜਾ ਬੰਦਾ 6000 7000 ਤਨਖਾਹ ਤੇ ਕੋਈ ਕੰਮ ਕਰ ਰਿਹਾ, ਉਹ ਆਪਣੀ ਰੋਟੀ ਕਿੱਦਾਂ ਚਲਾਏਗਾ? ਜੀ ਜੀ, ਤੇ ਇਸ ਸਿਚੁਏਸ਼ਨ ਵਿੱਚ ਸਰਕਾਰਾਂ ਨੂੰ ਸੋਚਣਾ ਚਾਹੀਦਾ, ਚਾਹੇ ਕੋਈ ਵੀ ਸਰਕਾਰ ਹੋਵੇ, ਕਿਸੇ ਵੀ ਪਾਰਟੀ ਦੀ ਹੋਵੇ, ਉਹਨਾਂ ਨੂੰ ਜਨਹਿਤ ਵਿੱਚ ਕੰਮ ਕਰਨੇ ਚਾਹੀਦੇ ਆ। ਚਲੋ ਹਰੇਕ ਪਾਰਟੀ ਆਪਣੇ ਫਾਇਦੇ ਵੀ ਸੋਚਦੀ ਆ, ਬਟ ਉਹਨਾਂ ਨੂੰ ਜਨਤਾ ਦਾ ਪਹਿਲਾਂ ਸੋਚਣਾ ਚਾਹੀਦਾ, ਜਿਹੜੀ ਜਨਤਾ ਨੇ ਉਹਨੂੰ ਚੁਣ ਕੇ ਭੇਜਿਆ। ਜੀ ਜੀ, ਤੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਕੋਈ ਵੀ ਪਾਰਟੀ ਹੋਵੇ, ਹਰੇਕ ਪਾਰਟੀ ਨੂੰ ਹਰ ਕੋਈ ਜਦੋਂ ਵੋਟ ਕਰਦਾ ਇਹੀ ਆਸ ਕਰਕੇ ਕਰਦਾ ਵੀ ਉਹ ਆਉਣ ਵਾਲੇ ਸਮੇਂ 'ਚ ਸਾਡੇ ਵਾਸਤੇ ਕੁਝ ਸੋਚੇਗੀ। ਜੀ ਜੀ, ਤੇ ਜਦੋਂ ਸਰਕਾਰਾਂ ਜਨਤਾ ਦੇ ਵਾਅਦਿਆਂ ਤੇ ਖਰੀਆਂ ਨਹੀਂ ਉਤਰਦੀਆਂ ਤਾਂ ਫਿਰ ਜਨਤਾ ਉਹਨਾਂ ਨੂੰ ਨਕਾਰਦੀ ਹੈ। ਜੀ ਜੀ, ਤੇ ਇਹੀ ਹਰ ਸਾਲ ਜਾਂ ਹਰ 5 ਸਾਲ ਬਾਅਦ ਹੁੰਦਾ ਆ, ਜਦੋਂ ਕੋਈ ਕਿਸੇ ਪਾਰਟੀ ਤੋਂ ਨਿਰਾਸ਼ ਹੁੰਦਾ ਆ ਉਹਦੇ ਕੰਮਾਂ-ਕਾਰਾਂ ਤੋਂ, ਤਾਂ ਫਿਰ ਲੋਕੀ ਪਰਿਵਰਤਨ ਚਾਹੁੰਦੇ ਆ। ਜੀ ਜੀ, ਤੇ ਸਰਕਾਰਾਂ ਨੂੰ ਚਾਹੀਦਾ ਵੀ ਹਰੇਕ ਦਾ, ਚਾਹੇ ਉਹ ਮੈਡੀਕਲ ਹੋਵੇ, ਚਾਹੇ ਸਿੱਖਿਆ ਦਾ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦਾ ਰੋਜ਼ਗਾਰ ਦਾ ਹੋਵੇ ਮੁੱਦਾ, ਹਰੇਕ ਚੀਜ਼ ਸੋਚ ਕੇ ਜਨਹਿਤ 'ਚ ਫੈਸਲੇ ਲੈਣੇ ਚਾਹੀਦੇ ਆ। ਜਿੰਨਾ ਇਸ ਵੇਲੇ ਭ੍ਰਸ਼ਟਾਚਾਰ, ਸਭ ਤੋਂ ਜ਼ਿਆਦਾ ਭ੍ਰਸ਼ਟਾਚਾਰ ਨੇ ਦੇਸ਼ ਨੂੰ ਖਰਾਬ ਕੀਤਾ ਆ। ਜੀ ਜੀ, ਕਿਸੇ ਵੀ ਮਹਿਕਮੇ 'ਚ ਚਲ ਜਾਓ, ਬਿਨਾਂ ਪੈਸਿਆਂ ਤੋਂ ਕਿਤੇ ਵੀ ਕੋਈ ਕੰਮ ਨਹੀਂ ਹੁੰਦਾ। ਜੀ ਜੀ, ਤੇ ਜਦ ਕਿ ਸਰਕਾਰਾਂ ਨੂੰ ਇਹ ਚੀਜ਼ਾਂ ਪਾਰਦਰਸ਼ੀ ਕਰਨੀਆਂ ਚਾਹੀਦੀਆਂ। ਕੁਝ ਹੱਦ ਤੱਕ ਹੋਈਆਂ ਵੀ ਆ, ਪਰ ਜਿੰਨੀਆਂ ਹੋਣੀਆਂ ਚਾਹੀਦੀਆਂ ਉਨੀਆਂ ਨਹੀਂ ਹਜੇ ਹੋਈਆਂ। ਜੀ ਜੀ, ਆਨਲਾਈਨ ਜਿੰਨਾ ਜ਼ਿਆਦਾ ਕੰਮ ਹੋਏਗਾ ਉਨੀ ਪਾਰਦਰਸ਼ਤਾ ਹੋਏਗੀ। ਜੀ ਜੀ, ਤੇ ਇਹ ਚਲੋ ਬਾਕੀ ਸਾਡੀ ਤਾਂ ਇਹੀ ਅਪੀਲ ਆ ਵੀ ਜਨਤਾ ਨੂੰ ਆਪਣੇ ਵੋਟ ਦਾ ਸੋਚ ਸਮਝ ਕੇ ਇਸਤੇਮਾਲ ਕਰਨ, ਕਿਉਂਕਿ ਸਾਡੇ ਬੱਚਿਆਂ ਦਾ ਭਵਿੱਖ ਵੀ ਉਹਨਾਂ ਦੇ ਨਾਲ ਹੀ ਜੁੜਿਆ ਹੈ। ਜੀ ਜੀ ਜੀ, ਇੱਕ ਸਵਾਲ ਹੋਰ ਕਰਾਂਗੇ ਕਿ ਕਿਸਾਨੀ ਸੰਘਰਸ਼ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਪਰ ਉਹਨਾਂ ਦੀ ਕੋਈ ਵੀ ਸੁਣੀ ਨਹੀਂ ਜਾ ਰਹੀ ਸਰਕਾਰ ਵੱਲੋਂ। ਕੀ ਕਹਿਣਾ ਚਾਹੋਗੇ?
ਦੇਖੋ ਜੀ, ਜਿਹੜੀ ਕਿਸਾਨੀ ਹੈ ਇਹ ਜਨਤਾ ਦੀ ਰੀੜ੍ਹ ਦੀ ਹੱਡੀ ਕਹਿ ਸਕਦੇ ਇਹਨੂੰ ਅਸੀਂ, ਕਿਉਂਕਿ ਕਿਸਾਨੀ ਦੇ ਨਾਲ ਹੀ ਹਰੇਕ ਪਰਿਵਾਰ ਦਾ ਪੇਟ ਭਰਦਾ। ਜੇ ਅੱਜ ਦੀ ਡੇਟ ਵਿੱਚ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਣਗੇ, ਜੇ ਕਿਸਾਨ ਨੂੰ ਹੱਕ ਨਹੀਂ ਮਿਲਣਗੇ ਤੇ ਆਮ ਜਿਹੜਾ ਵਰਗ ਦਾ ਹੋਰ ਕੋਈ ਆਦਮੀ ਉਹਨੂੰ ਕਿੱਥੇ ਮਿਲਣਗੇ ਫਿਰ? ਕਿਉਂਕਿ ਇੱਕ ਕਿਸਾਨੀ ਕਿੱਤਾ ਬਚਿਆ ਸੀ ਜਿਹ 'ਚ ਥੋੜ੍ਹੀ ਬਹੁਤੀ ਉਹਨਾਂ ਨੂੰ ਉਮੀਦ ਸੀ ਵੀ ਚਲੋ ਇਹ ਹੋਰ ਚਲੋ ਮਹਿੰਗਾਈ ਇੰਨੀ ਵੱਧ ਹੈਗੀ ਆ, ਪਰ ਜਦੋਂ ਕਿਸਾਨ ਦੀ ਫਸਲ ਆਉਂਦੀ ਆ ਜਾਂ ਕੁਛ ਨਾ ਕੁਛ ਜਨਤਾ ਨੂੰ ਰਾਹਤ ਮਿਲਦੀ ਹੈ। ਪਰ ਜੇ ਹੀ ਵੱਡੇ ਸਰਮਾਏਦਾਰਾਂ ਕੋਲ ਚੱਲ ਗਿਆ ਸਿਸਟਮ ਤੇ ਉਹਨਾਂ ਨੇ ਤਾਂ ਘੱਟ ਨਹੀਂ ਕਰਨੀ, ਤੇ ਫਿਰ ਆਮ ਜਨਤਾ ਜਿਹੜੀ ਆ ਉਸ ਨੂੰ ਉਹ ਚੀਜ਼ਾਂ ਜਿਹੜੀਆਂ ਅੱਜ ਕੁਛ ਸਸਤੇ ਰੇਟ 'ਚ ਮਿਲਦੀਆਂ ਆ ਉਹ ਚੌਗਣੇ ਭਾਅ 'ਚ ਮਿਲਿਆ ਕਰਨਗੀਆਂ, ਤੇ ਲੋਕਾਂ ਦੇ ਘਰ-ਬਾਰ ਤੇ ਰਸੋਈ ਤੇ ਬੜਾ ਅਸਰ ਪੈਣਾ ਇਸ ਚੀਜ਼ ਦਾ। ਲੱਗਦਾ ਕਿ ਜਿਹੜੀਆਂ ਸਰਕਾਰਾਂ ਕਿਸਾਨੀ ਸੰਘਰਸ਼ ਨੂੰ ਢਾਲ ਲਾਉਣ ਦੇ ਲਈ ਕਰੋਨਾ ਦਾ ਜਿਹੜਾ ਢਿੰਡੋਰਾ ਪਿੱਟ ਰਹੀਆਂ ਹੈ, ਕੁਛ ਹੱਦ ਤੱਕ ਇਹ ਸਹੀ ਹੈ ਜੀ, ਕਿਉਂਕਿ ਜਿਸ ਏਰੀਏ 'ਚ ਵੋਟਾਂ ਹੋਣੀਆਂ ਹੁੰਦੀਆਂ ਆ ਉਸ ਏਰੀਏ 'ਚ ਕਰੋਨਾ ਤੇ ਮਾਰ ਕਰਦਾ ਨਹੀਂ ਜੀ, ਤੇ ਜਿਸ ਏਰੀਏ 'ਚ ਨਹੀਂ ਹੁੰਦੀ, ਜਿੱਥੇ ਸਰਕਾਰਾਂ ਨੂੰ ਇਸ ਚੀਜ਼ ਦੀ ਨਹੀਂ ਲੋੜ ਹੁੰਦੀ, ਜਿੱਥੇ ਦੇਖਿਆ ਵੀ ਉਹਨਾਂ ਦੇ ਖਿਲਾਫ ਕੁਛ ਮਾਹੌਲ ਬਣ ਰਿਹਾ, ਉੱਥੇ ਉਹ ਕਰੋਨਾ ਦਾ ਕਹਿ ਲਓ ਵੀ ਨਾਂ ਲੈ ਕੇ ਜਾਂ ਕੋਈ ਨਾ ਕੋਈ ਬਹਾਨਾ ਮਾਰ ਕੇ ਉਸੇ ਦਾ ਮਾਹੌਲ ਜਿਹੜਾ ਵੀ ਖਰਾਬ ਕਰਨ ਵਾਲੀ ਗੱਲ ਜਾਂ ਫਿਰ ਲੋਕਾਂ 'ਚ ਦਹਿਸ਼ਤ ਪਾਉਣ ਵਾਲੀ ਗੱਲ ਆ। ਬਾਕੀ ਕਰੋਨਾ ਵਿੱਚ ਜੇ ਕਰੋਨਾ ਦੀ ਗੱਲ ਆ, ਲੋਕਾਂ ਨੂੰ ਅਵੇਅਰਨੈਸ ਜ਼ਰੂਰ ਹੋਣਾ ਚਾਹੀਦਾ ਵੀ ਆਪਣਾ ਆਪ ਨੂੰ ਸਾਂਭ ਕੇ ਰੱਖਣਾ ਚਾਹੀਦਾ, ਵੀ ਜੋ ਹਦਾਇਤਾਂ ਹੈਗੀਆਂ ਉਹਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਹੋਰ ਵੀ ਲੇਡੀਜ਼ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਸਰਕਾਰ ਦੀਆਂ ਨੀਤੀਆਂ ਜੋ ਉਹਨਾਂ ਤੇ ਥੋਪੀਆਂ ਜਾਂਦੀਆਂ ਉਹਨਾਂ ਨੂੰ ਲੈ ਕੇ ਕੀ ਕਹਿਣਾ। ਪਹਿਲਾਂ ਤਾਂ ਮੈਂ ਗੱਲ ਕਰਾਂ ਕਿ ਜਿਵੇਂ ਕਿ ਸਕੂਲ ਦੇ ਬੱਚੇ ਆ ਪੜ੍ਹਨ ਜਾਂਦੇ ਆ ਤੇ ਉਹਨਾਂ ਦੀਆਂ ਫੀਸਾਂ ਨੂੰ ਕਿਹਾ ਗਿਆ ਸੀ ਕਿ ਅੱਧੀ ਫੀਸ ਲਿਆ ਕਰਾਂਗੇ, ਪਰ ਸਕੂਲ ਪ੍ਰਸ਼ਾਸਨ ਵੱਲੋਂ ਪੂਰੀਆਂ ਫੀਸਾਂ ਦੀ ਮੰਗ ਕੀਤੀ ਜਾਂਦੀ, ਕੀ ਕਹਿਣਾ ਚਾਹੋਗੇ? ਹਾਂਜੀ, ਪੂਰੀ ਮੰਗਦੇ ਫੀਸ, ਇਸ ਕਰਕੇ ਥੋੜੀਆਂ ਘਟਾਉਣੀਆਂ ਚਾਹੀਦੀਆਂ ਇਹਨਾਂ ਨੂੰ ਜੀ ਫੀਸਾਂ। ਮਤਲਬ ਪੇਰੈਂਟਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਪਹਿਲਾਂ ਕਿਹਾ ਸੀ ਅੱਧੀ ਫੀਸ ਲਈ ਜਾਵੇਗੀ ਪਰ ਫਿਰ ਵੀ ਜਿਹੜਾ ਕਿ ਪੂਰੀ ਫੀਸ ਲਈ ਜੀ ਕਹਿੰਦੇ ਹੁਣ ਬੱਚਿਆਂ ਦੇ ਐਗਜ਼ਾਮ ਚੱਲਦੇ ਪਏ ਨਾ ਤੇ ਤਾਂ ਬੈਠਣ ਦੇਣਾ ਆ ਇਹਨਾਂ ਨੂੰ ਜੇ ਪੂਰੇ ਫੀਸ ਭਰੋਗੇ ਤੁਸੀਂ। ਜੀ ਤੇ ਇਸ ਕਰਕੇ ਸਾਨੂੰ ਹੁਣ ਭਰਨੀ ਪਈ ਹੈ। ਜੀ ਤੇ ਕੰਮ ਹੈ ਨਹੀਂ ਨੇ, ਇਹਨਾਂ ਦੀ ਤਨਖਾਹ ਵੀ ਕਾਫੀ ਘੱਟ ਆ ਤੇ ਇਸ ਕਰਕੇ ਥੋੜਾ ਕਰਨਾ ਚਾਹੀਦਾ। ਲੱਗਦਾ ਕਿ ਵਿੱਚ ਵਿਚਾਲੇ ਸਕੂਲ ਓਪਨ ਕਰ ਦਿੱਤੇ ਗਏ ਸੀ, ਸਿਰਫ ਫੀਸਾਂ ਵਸੂਲਣ ਨੂੰ ਲੈ ਕੇ ਸਕੂਲ ਓਪਨ ਕੀਤੇ ਗਏ ਸੀ, ਹੁਣ ਫਿਰ ਸਕੂਲ ਜਿਹੜੇ ਬੰਦ ਕਰ ਦਿੱਤੇ ਗਏ, ਕੀ ਕਹਿਣਾ ਚਾਹੋਗੇ? ਹਾਂਜੀ ਕਹਿੰਦੇ ਬੰਦ ਕਰਨੇ ਆ ਪਰ ਕਰਨੇ ਨਹੀਂ ਚਾਹੀਦੇ। ਬੱਚਿਆਂ ਦੀ ਪੜ੍ਹਾਈ ਕਾਫੀ ਪਹਿਲੇ ਖਰਾਬ ਹੋ ਚੁੱਕੀ ਆ, ਇਸ ਕਰਕੇ ਸਕੂਲ ਖੁੱਲ੍ਹਣੇ ਚਾਹੀਦੇ ਆ। ਜੀ ਬਿਲਕੁਲ। ਇੱਕ ਹੋਰ ਸਵਾਲ ਮਹਿੰਗਾਈ ਨੂੰ ਲੈ ਕੇ ਕਰੂੰਗੀ ਕਿ ਲੋਕ ਬੜੇ ਪਰੇਸ਼ਾਨ ਹੋਏ ਰਹੇ ਆ ਮਹਿੰਗਾਈ ਨੂੰ, ਤੁਸੀਂ ਵੀ ਦੇਖੀ ਪਰੇਸ਼ਾਨ ਹੁੰਦੇ ਹੋਣਗੇ ਕਿਉਂਕਿ ਇੱਕ ਘਰ ਤੁਸੀਂ ਸੰਭਾਲਣ ਦਾ, ਰਸੋਈ ਸੰਭਾਲਣ ਦੀ ਤੁਹਾਨੂੰ ਸਾਰਾ ਪਤਾ ਕਿ ਕਿਵੇਂ ਘਰ ਦਾ ਜਿਹੜਾ ਸਿਸਟਮ ਚਲਾਉਣਾ ਆ। ਹੁਣ ਮਹਿੰਗਾਈ ਇੰਨੀ ਵੱਧ ਗਈ ਹੈ, ਕੀ ਕਹਿਣਾ ਚਾਹੋਗੇ? ਹਾਂਜੀ, ਨਹੀਂ ਥੋੜਾ ਘਟਾਉਣਾ ਚਾਹੀਦਾ, ਇੰਨੀ ਮਹਿੰਗਾਈ ਨਹੀਂ ਚਾਹੀਦੀ ਹੈਗੀ। ਕਾਫੀ ਜਿੱਦਾਂ ਸਿਲੰਡਰ ਵੀ ਹੈਗੇ ਆ, ਬੱਚਿਆਂ ਦੀਆਂ ਫੀਸਾਂ ਵੀ ਕਿੱਦਾਂ ਅਸੀਂ ਕਰ ਸਕਦੇ ਹਾਂ, ਥੋੜ੍ਹੀਆਂ ਕਰਨਾ ਚਾਹੀਦਾ, ਇਹਨਾਂ ਨੂੰ ਘਟਾਉਣਾ ਚਾਹੀਦਾ ਹੈ। ਹੁਣ ਇਹ ਹੁੰਦਾ ਕਿ ਸੋਚ ਕੇ ਜਿਹੜੀ ਚੀਜ਼ ਲੈਣੀ ਪੈਂਦੀ, ਅੱਗੇ ਆਪਾਂ ਹੁੰਦਾ ਕਿ ਕੋਈ ਚੀਜ਼ ਹੋਵੇ ਤਾਂ ਆਪਾਂ ਚੱਕ ਲਈਦੀ ਸੀ ਕਿ ਘਰੋਂ ਲੈ ਕੇ ਜਾਵਾਂਗੇ ਖਾਵਾਂਗੇ, ਪਰ ਹੁਣ ਸੋਚ ਕੇ ਚੀਜ਼ ਲੈਣੀ ਪੈਂਦੀ, ਇਦਾਂ ਹੁੰਦਾ ਕਿ ਨਹੀਂ? ਹਾਂਜੀ ਇਸ ਤਰ੍ਹਾਂ ਹੀ ਹੁੰਦਾ ਹੈ। ਮਹਿੰਗਾਈ ਨਹੀਂ ਕੀਤੀ ਆ ਤੇ ਇਸ ਤਰ੍ਹਾਂ ਹੀ ਹੁੰਦਾ ਆ। ਜੀ ਹਾਂਜੀ, ਕੀ ਮੰਗ ਕਰਨਾ ਚਾਹੋਗੇ ਸਰਕਾਰ ਨੂੰ? ਹਾਂਜੀ ਬਸ ਇਹੀ ਵੀ ਸਾਨੂੰ ਥੋੜੀ ਸਹੂਲਤ ਦੇਣ ਕਰਨਾ ਥੋੜਾ। ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜਾ ਹੈ ਕਿ ਸਕੂਲ ਦੇ ਸਿਸਟਮ ਨੂੰ ਲੈ ਕੇ ਵੀ ਕਿੰਨਾ ਖਫਾ ਹੈ। ਇੱਕ ਪਾਸੇ ਤਾਂ ਮਹਿੰਗਾਈ ਉੱਤੋਂ ਜਿਹੜੀ ਸਰਕਾਰੀ ਅਦਾਰਿਆਂ ਵੱਲੋਂ ਵੀ ਜਿਹੜੇ ਕਿ ਉਹਨਾਂ ਦੇ ਪੇਰੈਂਟਸ ਤੇ ਮਾਰ ਪਾਈ ਜਾ ਰਹੀ ਹੈ। ਸੋ ਆਪਾਂ ਹੋਰ ਵੀ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਸਰਕਾਰ ਦੀਆਂ ਨੀਤੀਆਂ ਬਾਰੇ ਕੀ ਕਹਿਣਾ ਹੈ। ਪਹਿਲਾਂ ਤਾਂ ਮੈਂ ਪੁੱਛਾਂਗੀ ਕਿ ਜੋ ਮਹਿੰਗਾਈ ਹੋ ਗਈ ਆ, ਲੋਕ ਕਿੰਨੇ ਖਫਾ ਹੈ, ਤੁਹਾਨੂੰ ਕਿੰਨਾ ਕੁ ਜਿਹੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ? ਦੇਖੋ ਜੀ, ਹਰ ਇੱਕ ਚੀਜ਼ ਤੇ ਮਹਿੰਗੀ ਹੈ, ਜਦੋਂ ਲੈਣ ਜਾਓ ਪਤਾ ਲੱਗਦਾ ਹੈ ਜੀ। ਤੇ ਬਾਕੀ ਗਵਰਨਮੈਂਟ ਕੋਈ ਚੰਗੇ ਕੰਮ ਥੋੜਾ ਕਰਨ ਡਈ ਹੈ। ਜਿਹੜਾ ਗਰੀਬ ਆਦਮੀ ਉਹ ਕਿੱਦਾਂ ਕਿਹੜੀ ਚੀਜ਼ ਕਿੱਦਾਂ ਖਰੀਦੇਗਾ? ਜੀ ਦੂਨੇ ਮੈਂ ਭਾਅ ਲਾ ਕੇ ਤੇ ਮਹਿੰਗਾਈ ਲਾਈ ਦੀ ਇਹਨਾਂ ਨੇ। ਹੈ ਤੇ ਗਲਤੀ ਹੈ ਨਾ ਗੱਲ, ਪਰ ਹੁਣ ਕਵੇ ਕਿਹਨੂੰ? ਕੋਈ ਸੁਣਦਾ ਥੋੜਾ ਕਿਸੇ ਦੀ। ਜਦੋਂ ਵੋਟ ਪਾਣੇ ਹੁੰਦੇ ਨੇ ਉਦੋਂ ਆ ਜਾਂਦੇ ਨੇ, ਲਿਆਓ ਜੀ ਇਹਨੂੰ ਵੋਟ ਪਾਓ, ਉਹਨੂੰ ਵੋਟ ਪਾਓ, ਤੇ ਕਰਦਾ ਕੋਈ ਕੁਛ ਨਹੀਂ ਹੈਗਾ। ਉਹ ਤੇ ਉੱਥੇ ਹੀ ਪ੍ਰੋਬਲਮ ਉੱਥੇ ਹੀ ਰਹੀ ਜਿੱਥੇ ਹੈਗੀ ਹੈ। ਕਮ ਸੇ ਕਮ ਹੁਣ ਦੇਖੋ ਸਿਲੰਡਰ ਪਹਿਲੇ 700 ਦਾ ਸੀ, 600 ਦਾ ਸੀ, ਹੁਣ 850 ਰੁਪਏ ਦਾ ਹੈ। ਗਰੀਬ ਆਦਮੀ ਨੇ ਕਿੱਥੋਂ ਲੈਣਾ? ਉਹ ਹੈ ਤੇ ਗਲਤੀ ਹੈ ਨਾ ਗੱਲ। ਲੱਗਦਾ ਕਿ ਵੋਟਾਂ ਦੌਰਾਨ ਸਰਕਾਰਾਂ ਕੁਝ ਹੋਰ ਹੁੰਦੀਆਂ, ਜਦੋਂ ਆਪਣੀ ਕੁਰਸੀ ਸਾਂਭ ਲੈਂਦੀਆਂ ਕੁਝ ਹੋਰ ਹੋ ਜਾਂਦੀ ਹੈ। ਹਾਂਜੀ ਦੁਨੀਆ ਬਦਲ ਜਾਂਦੀ ਹੈ। ਸਰਕਾਰ ਜਿਹੜੀ ਨਾ ਪਲਟੀ ਬੜੀ ਛੇਤੀ ਖਾਂਦੀ ਹੈ। ਸਮਝਦੀ ਨਹੀਂ ਕਿਸੇ ਨੂੰ। ਸੇਵਾਵਾਂ ਕਹਿੰਦੇ ਕਿ ਹਰ ਇੱਕ ਘਰ ਨੂੰ ਸੇਵਾਵਾਂ ਪ੍ਰੋਵਾਈਡ ਕੀਤੀਆਂ ਗਈਆਂ ਸਰਕਾਰਾਂ ਵੱਲੋਂ, ਇਹ ਕਿਹਾ ਜਾ ਰਿਹਾ। ਤੁਹਾਨੂੰ ਕੋਈ ਸੇਵਾ ਮਿਲਦੀ? ਕੁਛ ਨਹੀਂ ਕਰਦੇ, ਕੁਛ ਨਹੀਂ, ਇਹ ਗਲਤ ਹੈ। ਹਾਂ, ਸੁਣਦਾ ਕੋਈ ਨਹੀਂ ਕਿਸੇ ਦੀ।
ਜੀ ਜੀ ਹਾਂ ਜਿਹੜੇ ਨਸ਼ਿਆਂ ਨੂੰ ਲੈ ਕੇ ਵੀ ਕਹਿੰਦੇ ਕਿ ਨੌਜਵਾਨ ਪੀੜ੍ਹੀ ਨੂੰ ਜਿਹੜੇ ਨਸ਼ਿਆਂ ਤੋਂ ਰਾਹਤ ਦਿਵਾਈ ਜਾਊਗੀ, ਲੱਗਦਾ ਕਿ ਨਸ਼ਾ ਅੱਜ ਦੇ ਸਮੇਂ ਦੇ ਵਿੱਚ ਖਤਮ ਹੋ ਗਿਆ ਹੈ? ਕੁਛ ਨਹੀਂ ਖਤਮ ਹੋਇਆ, ਸਭ ਝੂਠੀਆਂ ਗੱਲਾਂ ਨੇ। ਜੀ ਜੀ ਨਾ ਨਾ ਗਲਤ ਹੈ। ਜੀ ਜੀ ਜਿਹੜੇ ਕੰਮ ਜਿਹਨੇ ਕਰਨੇ ਨੇ ਉਹਨਾਂ ਕਰੀ ਜਾਣੇ ਨੇ, ਕੋਈ ਨਹੀਂ ਕਿਸੇ ਦੀ ਸੁਣਦਾ। ਕਹਿ ਦਿੰਦੇ ਨੇ, ਕਹਿਣ ਦਾ ਕੀ ਹੈ, ਜਦ ਤੱਕ ਉਹ ਤੇ ਅਸਰ ਨਹੀਂ ਹੋਏਗਾ ਉਹਦਾ ਫਾਇਦਾ ਕੀ। ਜੀ ਜੀ ਹਾਂਜੀ ਬਾਕੀ ਤਾਂ ਤੁਸੀਂ ਆਪ ਹੀ ਸਮਝਦਾਰ ਹੋ। ਕੀ ਆਖਰ ਚ ਮੰਗ ਕਰਨਾ ਚਾਹੋਗੇ ਸਰਕਾਰ ਨੂੰ? ਦੇਖੋ ਜੀ ਸਭ ਕੁਝ ਸਸਤਾ ਹੋਣਾ ਚਾਹੀਦਾ ਹੈ। ਇਹ ਤੇ ਹੁਣ ਜੇ ਸਸਤਾ ਹੋਏਗਾ ਤੇ ਅੱਜ ਕੱਲ ਕੰਮ ਤੇ ਵੈਸੇ ਹੀ ਬੰਦ ਹੈ, ਕੰਮਕਾਜ ਤੇ ਹੈ ਨਹੀਂ। ਗਰੀਬ ਆਦਮੀ ਨੇ ਕਿੱਥੋਂ ਕੋਈ ਚੀਜ਼ ਖਰੀਦਣੀ ਹੈ। ਜੀ ਜੀ ਬੜੀ ਔਖਾ ਟਾਈਮ ਨਿਕਲਦਾ ਹੋਇਆ। ਕਹਿਣ ਨੂੰ ਕਹਿੰਦੇ ਕਰੋਨਾ ਹੈ ਜੀ, ਉਹ ਹੈ ਜੀ, ਉਹ ਹੈ, ਕਰਦਾ ਕੋਈ ਕੁਛ ਨਹੀਂ। ਠੀਕ ਹੈ ਕਿ ਨਹੀਂ? ਜੀ ਜੀ ਹੁਣ ਫਿਰ ਕਹਿੰਦੇ ਕਿ ਲੋਕਡਾਊਨ ਲੱਗ ਜਾਣਾ ਹੈ, ਕੀ ਕਹਿਣਾ ਚਾਹੋਗੇ? ਲੋਕਡਾਊਨ ਦਾ ਤਾਂ ਕੋਈ ਅਸਰ ਨਹੀਂ ਹੁੰਦਾ ਕਿਸੇ ਤੇ, ਕੋਈ ਅਸਰ ਨਹੀਂ ਕਰਦਾ। ਲੋਕ ਸਿਆਣੇ ਹੋ ਗਏ, ਅਸਲ ਦੇ ਵਿੱਚ ਸਰਕਾਰ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ। ਹਾਂਜੀ ਹਾਂਜੀ ਸਭ ਕੁਝ ਸਮਝਦੇ ਨੇ, ਕਹਿੰਦੇ ਕੁਛ ਹੈ ਕਰਦੇ ਕੁਛ ਹੈ। ਉਹ ਤਾਂ ਤੁਹਾਨੂੰ ਮੈਂ ਪਹਿਲੇ ਵੀ ਕਿਹਾ ਹੈ, ਜੀ ਜੀ ਕੋਈ ਨਹੀਂ ਸੁਣਦਾ ਕਿਸੇ ਦੀ। ਹਾਂ ਠੀਕ ਹੈ। ਸੋ ਥੈਂਕ ਯੂ। ਕੀ ਕਹਿਣਾ ਚਾਹੋਗੇ, ਸਰਕਾਰਾਂ ਜਿਹੜੀਆਂ ਨੀਤੀਆਂ ਆਪਣੀਆਂ ਨਵੀਆਂ ਬਣਾਉਂਦੀਆਂ ਲੋਕਾਂ ਤੇ थोपਦੀਆਂ, ਕਿੰਨਾ ਕੁ ਤੁਹਾਨੂੰ ਇਹਦਾ ਅਸਰ ਪੈਂਦਾ ਹੈ? हमारे कहे का मतलब ये है कि जो लोग का कहते हैं तो लॉकडाउन लगाना, लॉकडाउन लगाएंगे तो पब्लिक कितने जाएगा खाने, कहाँ जाएगा लेने, किससे लेने जाएगा? सिलेंडर इतना महंगा बा, गरीब इंसान कहाँ जाएगा? ना उनके सब्सिडी आता है ना कुछ भी आता है, तो इंसान कहाँ जाएगा? जगह बच्चे पढ़ लिख रहे हैं, जगह पास उतना आमदनी नहीं है, कमाई नहीं है, वो कहाँ से देगा? सरकार दे रहा है। जो तो सरकार को वोटा लेना हो वो दो आते पैरी हाथ लगाते हैं, लेके भूल जाते हैं। तो ये भी तो देखना चाहिए ना कि गरीब इंसान खा रहा कि नहीं खा रहा हैगा। ਪਰ ਸਰਕਾਰਾਂ ਤਾਂ ਕਹਿੰਦੀਆਂ ਕਿ ਅਸੀਂ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਆ, ਸਮੱਸਿਆ क्या नहीं प्रॉब्लम आने दे, कौन चीज का देखे सरकार? घर में कभी देखे 4 महीना लॉकडाउन था, किराया की सहूलियत दे दी है सरकार। देखे कि अपने घर में इंसान खा रहा है कि नहीं खा रहा है, कैसे कैसे अपना रोजी रोटी चला रहा है, कई सहूलियत दिया सरकार? बताओ हमें। जो किराएदार बैठे हैं उन्होंने कहते हैं कि इतना दिन के बाद किराया देना, क्यों किराया देना? जो 4 महीना बंदे घर में रहेंगे तो किराया कहाँ से ले जाएंगे? जब कमाएंगे तभी तो देंगे। तो सरकार से यही है, तेल तो दाल सारा कुल तो महंगा हैगा, गरीब इंसान क्या करेगा? खाएगा ना तो मरेगा। ये तो देखना चाहिए सरकार। फिर कही जाते कि कोरोना आ गया, मास्क ला के है, ये सारा कुल गलत है। आसिफ भी इतने साल से है मोती नगर में, कोई तो बात नहीं हुआ, सब तो इकट्ठे बैठते हैं, उठते हैं, आते हैं, जाते हैं। ये सब खाली भोकोल मारते हैं बस सरकार। मतलब अपने खजाने पर अंच लगी है। हाँ बस जो कहना अपने भर रहे हैं चारों पासे। गरीबे के देखा जाए के कि गरीबे के दम मर रहे हैं, उनके बच्चे के दर डुल रहे हैं, उन्होंने कभी ध्यान किए हैं? जे किराए उन्होंने कभी ध्यान किए कि हाँ किराएदार कितना है कितना नहीं है? उन्होंने तो खाली वोटा चाहिए, वोटा ले ले तो साइड में हो गए। बस हमारा यही कहा मतलब हर चीज़ का सहूलियत जो है ना उन्होंने बदले, चेंज करे। महंगाई भी सिलेंडर के उन कहते अगले महीना 1000 का हो जाएगा, 1000 रुपया कहाँ देगा? जब 1000 रुपया कोई कमाएगा 1500 तब 1000 रुपया निकलेगा, जब नहीं कमाएगा तो कहाँ से निकलेगा? बस और कुछ नहीं, बस इतना ही चाहिए। ਸੋ ਮਾਤਾ ਜੀ ਕੀ ਕਹਿਣਾ ਚਾਹੁੰਦੇ ਆ? ਸਰਕਾਰ ਇੱਕ ਹਿਸਾਬ ਦੀਆਂ ਚਾਲਾਂ ਚੱਲ ਰਹੀ ਹੈ ਕਿ ਲੋਕਾਂ ਨੇ ਇੰਨੀ ਮਹਿੰਗਾਈ ਦੇ ਵਿੱਚ ਪਾ ਕੇ। ਅਸੀਂ ਮਹਿੰਗਾਈ ਦੇ ਵਿੱਚ ਪਾਇਆ ਸਾਰਿਆਂ ਨੂੰ। ਸਿਲੰਡਰ ਆ ਉਹ ਪਹਿਲਾਂ 700 ਦਾ ਸੀ, ਫਿਰ 800 ਦਾ ਕਰਤਾ, ਹੁਣ 850 ਦਾ ਕਰ ਦਿੱਤਾ। ਅਗਲੇ ਮਹੀਨੇ ਕਹਿੰਦੇ 900 ਦਾ 1000 ਦਾ ਹੋ ਜਾਣਾ। ਉਹ ਜਿਹਨੂੰ ਆਮਦਨੀ ਨਾ ਹੋ 1000 ਦੀ तो कित्थों सिलेंडर लैके रसोई च रखूगा? जी जी सही गल है ना। वो कित्थों लऊगा? जो कमाउंदा ही उन्ने क होऊगा ते वो 1000 दा सिलेंडर कित्थों लऊगा? फिर इन्हें 150 ਨੂੰ तेल सरों ਦਾ कर ਦਿੱਤਾ। अगले दुकाने जाईदा सोचीदा भी किहड़ी चीज़ लैनी आ किहड़ी छड्डनी आ। जे इन्ने ना रकम असीं लैके जाइए तो सौदा कित्थों खाइए? रसोई कहंदी रसोई च ना वड़ो। वो सिलेंडर भी सानूं रोंदा आ तां डब्बे भी रोंदे आ भी जा साडे विच कोई पाउणा नहीं तो खाली पए ना। वोटा समय तक कहते थे कि कोई महंगाई खत्म की जाएगी, बेरोजगारी हुई खत्म कि नहीं? कोई नहीं हुई। मोटा बारी आए हाथ जोड़े मिन्नतां कीतियां भी आ फलाने नूं वोट पा दिओ धमकड़े नूं पा दिओ। ਅਸੀਂ ਤਾਂ ਧਮਕੜਿਆਂ ਨੂੰ ਵੀ ਪਾ ਕੇ ਦੇਖ ਲਈਆਂ ਤਾਂ ਤਦ ਵੀ ਮਹਿੰਗਾਈ ਹੋਈ ਆ, ਕਿਸੇ ਨਾਲ ਨਾ ਨੇ ਘਟਾਈ ਨਹੀਂ ਵਧਾਈ ਆ। जी जी हाँ पेंशन क्या कि 500 आऊंगी पेंशन? हाँ किसी ਦੀਆਂ ਲੱਗੀਆਂ ਕਿਸੇ ਦੀਆਂ ਲੱਗੀਆਂ ਨੇ। जी जी ਅਸੀਂ ਨਹੀਂ ਮੰਨਦੇ ਜਾਂ ਸਾਡੀਆਂ ਲੱਗੀਆਂ ਤੇ ਸਾਡੇ ਪਣ ਕਿਸੇ ਦੀਆਂ ਵੀ ਨਹੀਂ ਲੱਗੀਆਂ। 3-4 ਵਾਰੀ ਫਾਰਮ ਭਰ ਦਿੱਤੇ ਕਿਸੇ ਨੇ ਸਾਡਾ ਕੁਝ ਹਾਂ। ਸਬਸਿਡੀ ਆਉਂਦੀ ਖਾਤਿਆਂ ਦੇ ਵਿੱਚ? ਸਬਸਿਡੀ ਕੋਈ ਸਬਸਿਡੀ ਨਹੀਂ ਆਉਂਦੀ। 21 ਰੁਪਏ 20 ਰੁਪਏ ਤਾਂ 40 ਪੈਸੇ ਆਉਂਦੇ ਆ। ਉਹ ਵੀ ਨਾ ਦੇਣ, ਉਹ ਵੀ ਮੋਦੀ ਰੱਖ ਲਵੇ ਆਪਣੇ ਲਈ। ਅੱਜ ਤਾਂ ਕਹਿੰਦੇ ਵੀ ਜਿਹੜਾ ਸਰਕਾਰ ਵਾਲਾ ਬਣਦਾ ਉਹ ਹੀ ਰੱਖ ਲਵੇ। 20 ਰੁਪਏ ਹੁੰਦੇ ਕੀ ਆ? ਨਿਆਣੇ ਪਹਿਲਾਂ 50 ਰੁਪਏ ਦਿਹਾੜੀ ਦੇ ਖਾ ਕੇ ਖੜੇ ਹੁੰਦੇ ਆ।
ਤੇ 20 ਰੁਪਏ ਉਹ ਤਾਂ ਇੱਕ ਮੂੰਹ ਕਾਲਾ ਕਰਨ ਵਾਲੀ ਜਨਤਾ ਦੀ ਗੱਲ ਆ ਵੀ ਮੂੰਹ ਕਾਲਾ ਕਰ ਦਿੱਤਾ 20 ਰੁਪਏ ਆਉਂਦੇ ਆ ਹਾਂ ਬਿਲਕੁਲ ਜਿਵੇਂ ਕਿ ਲੋਕਡਾਊਨ ਦੇ ਵਿੱਚ ਪਿਛਲੇ ਸਮੇਂ ਲੋਕ ਕਾਫੀ ਪਰੇਸ਼ਾਨ ਸੀ ਹੁਣ ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਫਿਰ ਲੋਕਡਾਊਨ ਕਰ ਦਿੱਤਾ ਜਾਵੇਗਾ ਹਾਂ ਤਾਂ ਫਿਰ ਅੱਗੇ ਵੀ ਲਾਕਡਾਊਨ ਚ ਕੀ ਕਿਸੇ ਨੂੰ ਕੋਈ ਸਹਾਇਤਾ ਨਹੀਂ ਹੋਈ ਅੱਗੇ ਵੀ ਕਿਸੇ ਨੇ ਸਾਨੂੰ ਪੁੱਛਿਆ ਨੇ ਵੀ ਕੀ ਖਾਂਦੇ ਆ ਕੀ ਪਹਿਨਦੇ ਇੱਕ ਵਾਰੀ ਆਟਾ ਦੇਗਾ ਆਲੂ ਦੇਗਾ 5 ਕਿਲੋ ਤੇ ਜਿਹੜੇ ਬਾਕੀ ਸੌਦਾ ਉਹ ਕਹਿੰਦੇ ਨਾ ਉਹ ਵੀ ਚਾਹੀਦਾ ਨਾ ਜੇ ਅਸੀਂ ਵੋਟਾਂ ਲੈਨੇ ਆ ਰਾਜੇ ਕੁਰਸੀਆਂ ਸਾਂਭਦੇ ਆ ਤੇ ਫਿਰ ਜਨਤਾ ਨੂੰ ਪੁੱਛਣ ਦਾ ਵੀ ਉਹਨਾਂ ਦਾ ਹੱਕ ਹੈ ਨਾ ਵੀ ਤੁਹਾਡੇ ਘਰ ਖੰਡ ਹੈਗੀ ਆ ਪੱਤੀ ਹੈਗੀ ਆ ਦੁੱਧ ਹੈਗਾ ਜੇ ਦੁੱਧ ਲਾਕਡਾਊਨ ਨੂੰ ਤਾਂ ਕਹਿੰਦੇ ਸੀ ਦਬ ਲਾ ਦੇਣਾ ਤੇ ਕਿਸੇ ਗਰੀਬ ਦੇ ਅੰਦਰ ਵੜ ਕੇ ਵੀ ਦੇਖਿਆ ਬੇ ਦੇ ਅੰਦਰ ਕੀ ਹੈਗਾ ਕੀ ਨਹੀਂ ਹੁਣ ਫੇਰ ਕਹਿੰਦੇ ਅਗਲੇ ਮਹੀਨੇ ਲਾਕਡਾਊਨ ਲੱਗ ਜਾਣਾ ਤਾਂ ਰੋਣਾ ਉਹਦੀ ਜਾਨ ਨੂੰ ਹੀ ਰੋਣਾ ਪਿਆ ਉਹਨਾਂ ਦੀ ਨੂੰ ਕੀ ਮੰਗ ਕਰਨਾ ਚਾਹੋਗੇ ਆਖਰ ਦੇ ਵਿੱਚ ਅਸੀਂ ਇਹ ਮੰਗ ਕਰਨਾ ਚਾਹੁੰਦੇ ਵੀ ਸੌਦਾ ਸਸਤਾ ਹੋਵੇ ਸਿਲੰਡਰ ਸਸਤਾ ਹੋਵੇ ਸਾਰਾ ਕੁਝ ਸਸਤਾ ਚਾਹੀਦਾ ਗਰੀਬ ਕੋਈ 100 ਰੁਪਇਆ ਦਿਹਾੜੀ ਕਮਾਉਂਦਾ ਕੋਈ 200 ਕਮਾਉਂਦਾ ਕੋਈ 400 ਕਮਾਉਂਦਾ ਤੇ ਉਹ ਕੀ ਕਰੂਗਾ ਦੱਸੋ ਪਹਿਲਾਂ ਜਿਹੜਾ 100 ਕਮਾਉਣ ਵਾਲਾ ਉਹ ਕੀ ਕਰੂਗਾ ਬੱਚਿਆਂ ਨੂੰ ਜਿਹੜੇ 2-4 ਬੱਚੇ ਹੋਣਗੇ ਰੋਟੀ ਦਊਗਾ ਉਹਦੀਆਂ ਮਕਾਨਾਂ ਬਹਿ ਕੇ ਦਊਗਾ ਮੋਦੀ ਦੀਆਂ ਆਹੋ ਅਸੀਂ ਇਹ ਕਹਿੰਦੇ ਵੀ ਸਾਰੀ ਚੀਜ਼ ਸਸਤਾ ਹੋਣਾ ਚਾਹੀਦਾ ਹਾਂ ਸ਼ੁਕਰੀਆ ਬਹੁਤ ਬਹੁਤ ਸੋ ਤੁਸੀਂ ਲੋਕਾਂ ਦੀ ਰਾਏ ਜਾਣੇ ਕਿ ਮਹਿੰਗਾਈ ਨੂੰ ਲੈ ਕੇ ਉਹ ਕਿੰਨਾ ਕੁ ਪਰੇਸ਼ਾਨ ਆ ਇੱਕ ਪਾਸੇ ਸਰਕਾਰਾਂ ਵੱਲੋਂ ਸਿਲੰਡਰ ਦਿੱਤੇ ਜਾਂਦੇ ਸੀ ਫ੍ਰੀ ਪਰ ਦੂਜੇ ਪਾਸੇ ਜਿਹੜੀ ਰਸੋਈ ਗੈਸ ਦੀਆਂ ਕੀਮਤਾਂ ਇੰਨੀਆਂ ਵਧਾ ਦਿੱਤੀਆਂ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਜਾਣ ਤੇ ਜਾਣ ਕਿੱਧਰ ਉਹਨਾਂ ਨੇ ਸਾਡੇ ਮਾਧਿਅਮ ਰਾਹੀਂ ਇਹੀ ਅਪੀਲ ਕੀਤੀ ਕਿ ਸਰਕਾਰ ਨੂੰ ਥੋੜਾ ਜਿਹੜਾ ਕਿ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਇਹ ਮਹਿੰਗਾਈ ਨੂੰ ਜਿਹੜਾ ਕਿ ਮਹਿੰਗਾਈ ਤੇ ਠੱਲ ਪਾਉਣੀ ਚਾਹੀਦੀ ਤਾਂ ਜੋ ਜਿਹੜੇ ਲੋਕ ਆਪਣਾ ਜੀਵਨ ਸਹੀ ਢੰਗ ਦੇ ਨਾਲ ਬਤੀਤ ਕਰ ਸਕਣ ਸੋ ਇਸ ਨਾਲ ਮੈਨੂੰ ਸਨੈਨ ਤੇ ਕੈਮਰਾਮੈਨ ਰਵੀ ਗਿੱਲ ਨੂੰ ਦੇ ਇਜਾਜ਼ਤ ਧੰਨਵਾਦ। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ ਇੱਧਰ ਉੱਧਰ ਨਾ ਘੁੰਮੋ ਕਿਉਂਕਿ ਤੰਤਰ ਮੰਤਰ ਦੇ ਸਮਰਾਟ ਗੁਰੂ ਅਜਮੇਰੀ ਬਾਬਾ ਜੀ ਲੁਧਿਆਣੇ ਵਾਲੇ ਕਰਨਗੇ ਹਰ ਸਮੱਸਿਆ ਦਾ ਸਮਾਧਾਨ ਹਰ ਇੱਕ ਕੰਮ ਦੀ ਗਰੰਟੀ ਸਟਾਂਪ ਪੇਪਰ ਤੇ ਲਿਖ ਕੇ ਲਓ ਹੁਣ ਤੱਕ ਲੱਖਾਂ ਹੀ ਲੋਕ ਫਾਇਦਾ ਉਠਾ ਚੁੱਕੇ ਹਨ ਤੁਸੀਂ ਵੀ ਵੇਖੋ ਚਮਤਕਾਰ ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ ਪਰੇਸ਼ਾਨੀ ਭਾਵੇਂ ਕਿੱਡੀ ਵੀ ਹੋਵੇ ਜਿਵੇਂ ਸੌਂਤਣ ਦੁਸ਼ਮਣ ਤੋਂ ਛੁਟਕਾਰਾ ਪਤੀ ਪਤਨੀ ਵਿੱਚ ਅਣਬਣ ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਲੰਬੀ ਬਿਮਾਰੀ ਤੋਂ ਛੁਟਕਾਰਾ ਪਾਉਣਾ ਵਿਦੇਸ਼ ਯਾਤਰਾ ਵਿੱਚ ਰੁਕਾਵਟ ਪੀਆਰ ਵਿੱਚ ਰੁਕਾਵਟ ਪ੍ਰੇਮ ਵਿਆਹ ਜਾਂ ਫਿਰ ਉਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ ਆਪਣੇ ਪਤੀ ਬੇਟੇ ਜਾਂ ਭਰਾ ਨੂੰ ਨਸ਼ਾ ਛੁਡਾਉਣਾ ਲਾਟਰੀ ਸੱਟੇ ਦਾ ਨੰਬਰ ਘਰ ਵਿੱਚ ਖੂਨ ਦੇ ਛਿੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਜਾਂ ਘਰੇਲੂ ਝਗੜਿਆਂ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ ਬਾਬਾ ਜੀ ਕਹਿੰਦੇ ਨੇ ਕਰਕੇ ਵਿਖਾਉਂਦੇ ਹਨ ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 11 ਲੱਖ ਦਾ ਇਨਾਮ ਸਾਰੀਆਂ ਥਾਵਾਂ ਤੋਂ ਧੱਕੇ ਖਾ ਕੇ ਅੱਗ ਚੁੱਕੇ ਲੋਕ ਇੱਕ ਵਾਰ ਫੋਨ ਜ਼ਰੂਰ ਕਰਨ ਇੱਕ ਫੋਨ ਕਾਲ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ ਤਾਂ ਫਿਰ ਦੇਰ ਕਿਉਂ ਹੁਣੇ ਕਾਲ ਕਰੋ 98768 00768